ਇੱਥੇ ਅੰਨੀ ਪੀਵੇ ਤੇ ਕੁੱਤਾ ਚੱਟੇ। ਛੋਟੇ ਅਫੀਸਰ ਤੋਂ ਲੈ ਕੇ ਵੱਡੇ ਅਫੀਸਰ ਤੱਕ ਸਭ ਮਿਲੀ ਭੁਗਤਿਆ, ਸਭ ਪੈਸਾ ਖਾਂਦੇ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ। ਇਹ ਤਹਿਸੀਲਦਾਰ ਸਾਹਿਬ, SDM ਸਾਹਿਬ, ਜਿਹੜੇ ਵੱਡੇ ਵੱਡੇ ਅਧਿਕਾਰੀ ਆ, 5 ਸਟਾਰ ਹੋਟਲਾਂ ਦੇ ਵਿੱਚ ਇਹਨਾਂ ਦੀਆਂ ਪਾਰਟੀਆਂ ਹੁੰਦੀਆਂ ਨੇ। ਇਹਨਾਂ ਦੇ ਬੱਚੇ ਪੜ੍ਹਦੇ ਨੇ ਵੱਡੇ ਵੱਡੇ ਸਕੂਲਾਂ ਦੇ ਵਿੱਚ। ਉਹ ਮਰਦਾ ਗਰੀਬ ਬਜ਼ੁਰਗ ਕਹਿੰਦੇ ਹੁੰਦੇ ਸੀ, ਪੁੱਤ ਜਦੋਂ ਤੱਕ ਗੱਲ ਦੇ ਵਿੱਚ ਗੂਠ ਨਾ ਦੇਈਏ ਉਦੋਂ ਤੱਕ ਗੱਲ ਨਹੀਂ ਬਣਦੀ। ਚਲੋ ਮੇਰੇ ਨਾਲ ਇਹ 10 ਦਿਨ ਦੀ ਗੱਲ ਕਰਦੇ ਆ। ਮੈਂ ਦੇਣਾ ਘਰ ਦਾ ਸਾਰਾ ਰਾਸ਼ਨ, ਮੈਂ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਕਰਦਾ, ਮੈਂ ਗੱਡੀਆਂ ਦਾ ਪ੍ਰਬੰਧ ਕਰਦਾ, ਮੈਂ ਪੈਸੇ ਦਾ ਅਰੇਂਜਮੈਂਟ ਕਰਦਾ। ਬੋਲੋ ਚੰਡੀਗੜ੍ਹ ਭਗਵੰਤ ਮਾਨ ਦੇ ਕੋਲ ਚਲੀਏ। ਅੱਜ ਪਲਾਟ ਆ ਜਾਂ 50 ਗਜ ਆ ਤੇ 300 ਗਜ ਆ। ਹੁਣ ਤੁਸੀਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਫੀਸ ਕਰ ਦਿੱਤੀ। ਪਹਿਲਾਂ ਪ੍ਰਾਪਰਟੀ ਵੇਚਣ ਤੋਂ ਪਹਿਲਾਂ ਆਪਦੇ ਮਾਂ ਦੀਆਂ ਵਾਲੀਆਂ ਵੇਚੂਗਾ, ਆਪਦੇ ਘਰ ਦੀਆਂ ਵਾਲੀਆਂ ਵੇਚੂਗਾ ਕਿ ਉਹਦੀ NOC ਲਊਗਾ। ਸਰਕਾਰ ਦੀ ਇਸ ਕਰਕੇ ਬਣਾਈ ਸੀ ਲੋਕਾਂ ਨੇ ਕਿ ਲੋਕਾਂ ਨੂੰ ਕੋਈ ਰਿਲੀਫ ਮਿਲੇਗੀ। ਪਹਿਲੀਆਂ ਸਰਕਾਰਾਂ ਜਿਹੜੀਆਂ ਸਨ 50 ਰੁਪਏ ਦੇ ਸ਼ੁਰੂ ਹੋਈਆਂ, 50 ਰੁਪਏ NOC ਗਜ ਤੋਂ, ਔਰ ਵਧੀਆਂ ਅੱਜ 406 ਰੁਪਏ ਗਜ ਹੈ। ਆਦੀ NOC ਮੈਨੂੰ ਪਹਿਲਾਂ ਦੱਸੋ। ਮੈਂ ਜ਼ਮੀਨ ਦਾ ਮਾਲਕ ਆ, ਜ਼ਮੀਨ ਨਿੱਧਰੀ ਆ, ਬਿਲਕੁਲ ਉੱਥੇ ਕੋਈ ਇਲੈਕਟ੍ਰੀਕਲ ਦਾ ਮੀਟਰ ਨਹੀਂ ਲੱਗਾ, ਕੋਈ ਕੁਝ ਨਹੀਂ ਆ। ਅਜੇ ਇੱਕ ਆਮ ਹੈ, ਮੈਂ ਪ੍ਰਾਪਰਟੀ ਖਰੀਦੀ, ਮੈਂ ਸੇਲ ਕਰਨੀ ਹੈ, ਮੈਂ ਇਹਨਾਂ ਨੂੰ ਸੇਲ ਕਰ ਰਿਹਾ ਜਾਂ ਤੁਹਾਨੂੰ ਸੇਲ ਕਰ ਰਿਹਾ, ਕਾਹਦੀ NOC? ਤੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਕਿੰਨਾ ਵੱਡੇ ਫਿਗਰ ਹੋ ਸਕਦੀ ਹੈ। ਬਹੁਤ ਲੱਖਾਂ 'ਚ ਹੋ ਸਕਦੀ ਹੈ, ਕਰੋੜਾਂ 'ਚ ਹੋ ਸਕਦੀ, ਲੱਖਾਂ 'ਚ ਹੋ ਸਕਦੀ ਹੈ। ਆਪਣੇ ਆਪ ਦਾ ਫਰਜ਼ ਬਣਦਾ ਹੈ ਵੀ ਜੇ ਕਿਸੇ ਇੱਕ ਡਾਕੂਮੈਂਟ ਦਾ ਸੇਮ ਮਤਲਬ ਅਪਾਇੰਟਮੈਂਟ ਦਾ ਰੈਫਰੈਂਸ ਹੈਗਾ, ਉਹਦੇ ਤੇ 2 ਫੀਸਾਂ ਗਈਆਂ, ਆਪਣੇ ਆਪ ਰਿਫੰਡ ਕਰਨ। ਇਹ ਕਰਦੇ ਹੀ ਨਹੀਂ। ਮੈਂ ਤੁਹਾਡੇ ਚੈਨਲ ਦੇ ਥਰੂ ਇਹ ਗੱਲ ਕਹਿਣਾ ਹੈ ਕਿ ਜੁਗਰਾਜ ਸਿੰਘ ਹੀਰੋ ਦਾ, ਸੰਨੀ ਦਿਓਲ ਦਾ 2.5 ਕਿਲੋ ਦਾ ਹੱਥ ਨਹੀਂਗਾ, ਜੁਗਰਾਜ ਸਿੰਘ ਹੀਰੋ ਦਾ 3.5 ਕਿਲੋ ਦਾ ਹੱਥ ਆ। ਜੇ ਕਿਸੇ ਦੇ ਪੈ ਗਿਆ ਤੇ ਮਾਵਾਂ ਪੁੱਤ ਨਹੀਂ ਸੰਭਾਲਣਗੀਆਂ। ਬੇਰੁਜ਼ਗਾਰੀ ਵਧੇਗੀ, ਘਟੇਗੀ ਨਹੀਂ, ਇਹ ਜ਼ਿਆਦਾ ਵਧੇਗੀ। ਇਸ ਕਰਕੇ ਲੋਕਾਂ ਕੋਲ ਕੋਈ ਕੰਮ ਕਾਰੋਬਾਰ ਨਹੀਂ ਹੈਗਾ। ਜੋ ਇੱਥੇ ਦੇਖ ਲਓ, ਤੁਸੀਂ ਦੇਖ ਸਕਦੇ ਹੋ ਕੀ ਹਾਲ ਹੋ ਰਿਹਾ ਵਾ। ਗਰਮੀ 'ਚ ਬੈਠੇ ਆ ਕੋਲੋਨਾਈਜ਼ਰ ਪ੍ਰੋਪਰਟੀ ਡੀਲਰ। ਇੱਕ ਪਲਾਟ ਬਣਾਉਣ ਦੇ ਨਾਲ ਕਿੰਨਾ ਕੁ ਰੋਜ਼ਗਾਰ ਮਿਲਦਾ ਵਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ। ਮਜ਼ਦੂਰ ਤੋਂ ਲੈ ਕੇ ਉਤਾਂ ਤੱਕ ਕਿੰਨਾ ਰੋਜ਼ਗਾਰ ਹੈ, ਕਿੰਨਾ ਰੁਪਈਆ ਮਾਰਕੀਟ ਜਾਂਦਾ ਵਾ, ਆਂਦਾ ਨਹੀਂ ਆਂਦਾ। ਕੋਈ ਸਰਕਾਰ ਨਹੀਂ ਪੁੱਛਦੇ ਪਈ, ਕੋਈ ਅਫਸਰ ਨਹੀਂ ਪੁੱਛ ਰਿਹਾ। ਰੇਲਵੇ ਦੇ ਵਿੱਚ ਕੋਈ ਕਿਸੇ ਦੀ ਹਾਲੇ ਟਿਕਟ ਕਨਫਰਮ ਨਾ ਹੋਈ ਹੋਵੇ ਨਾ, ਮਤਲਬ ਵੇਟਿੰਗ 'ਚ ਹੋਵੇ ਨਾ, ਆਪਣੇ ਆਪ ਪੈਸੇ ਵਾਪਸ ਆ ਜਾਂਦੇ, ਪੈਸੇ ਵਾਪਸ ਆ ਜਾਂਦੇ ਆ। ਇੱਥੇ ਇੱਕੋ ਡਾਕੂਮੈਂਟ ਦੀ ਅਪਾਇੰਟਮੈਂਟ ਪਾ ਰਹੇ ਆ, ਰੈਫਰੈਂਸ ਨੰਬਰ ਇੱਕੋ ਹੀ ਆ ਤੇ 2 ਫੀਸਾਂ ਗਈ ਦੀਆਂ, ਚੁੱਪ ਕਰਕੇ ਬੈਠੇ ਆ। ਆਪਾਂ ਦੇਖੋ ਜੀ, ਰਿਸ਼ਵਤਖੋਰੀ ਵਧੀ ਫਿਲਹਾਲ ਤੇ ਕੰਮ ਨਹੀਂ ਹੋਣਦੇ। ਰਿਸ਼ਵਤ ਤਾਂ ਲੋਕੀ ਤੇ ਪੈਸੇ ਦੇਣ ਨੂੰ ਤਿਆਰ ਨੇ, ਕੰਮ ਨਹੀਂ ਹੋਣਦੇ। ਲੋਕੀ ਰਿਸ਼ਵਤ ਦੇਣ ਨੂੰ ਤਿਆਰ ਨੇ। ਲਾਈਵ ਭਾਰਤ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਵਸੀਕਾ ਨਿਵਾਸ ਪ੍ਰਾਪਰਟੀ ਡੀਲਰ ਆਦਿ ਵੱਲੋਂ ਰੁਕ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਸਰਕਾਰ ਦੀ ਨੀਤੀਆਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਰੋਸ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ? ਕਿਹੜੀਆਂ ਨੀਤੀਆਂ ਜਿਹਦੇ ਕਰਕੇ ਆਮ ਜਨਤਾ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਤੇ ਜਿਹੜੀਆਂ ਰਜਿਸਟਰੀਆਂ ਹੋਣੀਆਂ ਸੀ ਉਹ ਨਹੀਂ ਹੋ ਪਾ ਰਹੀਆਂ, ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਤੇ ਇਸ ਵੇਲੇ ਸਾਡੇ ਨਾਲ ਮੌਜੂਦ ਹਨ ਤੇ ਮਹਿੰਦਰਪਾਲ ਗੁਪਤਾ ਜੀ, ਜੋ ਆਪ ਵੀ ਸੂਝਵਾਨ ਵਿਅਕਤੀ ਹਨ, ਕਾਨੂੰਨੀ ਤੌਰ ਤੇ ਵੀ ਜਾਣਦੇ ਹਨ ਤੇ ਵਸੀਕਾ ਨਵੀਸ ਵੀ ਹਨ। ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਇਹ ਸਰਕਾਰ ਦਾ ਹੋ ਰਿਹਾ ਹੈ, ਸਰਕਾਰ ਦੀ ਨੀਤੀਆਂ ਦਾ ਹੋ ਰਿਹਾ? ਇਹ ਦੋਨਾਂ ਦਾ ਹੀ ਹੋ ਰਿਹਾ ਜੀ। ਐਕਚੁਅਲੀ ਇਹ ਪ੍ਰਦਰਸ਼ਨ ਜਿਹੜਾ ਨਾ ਕੋਲੋਨਾਈਜ਼ਰ ਜਿਹੜੇ ਨੇ ਨਾ, ਡੀਲਰ ਉਹਨਾਂ ਦਾ ਵਾ। ਅਸੀਂ ਡੀਡ ਰਾਈਟਰ, ਐਡਵੋਕੇਟ, ਪਛਤਾਨ ਫਰੋਜ਼ ਸਾਰਿਆਂ ਨੇ ਉਹਨਾਂ ਨੂੰ ਇੱਕ ਦਿਨ ਦੀ ਸਪੋਰਟ ਦਿੱਤੀ ਹੈ, ਕਿਉਂਕਿ ਸਰਕਾਰ ਦੀਆਂ ਨੀਤੀਆਂ, ਕੋਈ ਪਾਲਿਸੀਆਂ ਬੜੀਆਂ ਗਲਤ ਨੇ ਤੇ ਕੁਛ ਹੱਦ ਤੱਕ ਉਹ ਗਲਤ ਨੇ, ਤੇ ਜਾਂ ਉਹਨਾਂ ਦੀ ਆੜ ਦੇ ਵਿੱਚ ਅਫਸਰ ਆਪਣੀਆਂ ਮਨਮਰਜ਼ੀਆਂ ਕਰ ਰਹੇ ਨੇ। ਇਹ ਸਾਰੀਆਂ ਦੁੱਖ ਪੀੜਾ ਜਿਹੜੀਆਂ ਉਹਨਾਂ ਨੂੰ ਲੈ ਕੇ ਜਿਹੜਾ ਉਹਨਾਂ ਦਾ ਅੰਦੋਲਨ ਸ਼ੁਰੂ ਹੋਇਆ ਨਾ, ਉਹਨੂੰ ਅਸੀਂ ਸਪੋਰਟ ਦਿੱਤੀ ਹੈ। ਤੇ ਇਹਦੇ ਵਿੱਚ ਸਾਡੇ ਆ ਨਰੇਸ਼ ਜੀ ਨੇ, ਡੀਡ ਰਾਈਟ ਐਸੋਸੀਏਸ਼ਨ ਦੇ ਪ੍ਰਧਾਨ ਨੇ, ਇਹ ਤੁਹਾਨੂੰ ਜ਼ਿਆਦਾ ਜਾਣਕਾਰੀ ਦੇਣਗੇ। ਬਾਕੀ ਮੈਂ ਵੀ ਕਮੈਂਟ ਤੁਹਾਨੂੰ ਬਾਅਦ ਦਿੰਦਾ। ਤੇ ਨਰੇਸ਼ ਜੀ, ਜਿਹੜੀ ਸਰਕਾਰ ਦੀ ਨੀਤੀ ਹੈ, ਜਿਹੜੀ ਕਿ ਆਮ ਆਦਮੀ ਪਾਰਟੀ ਆਉਣ ਦੇ ਬਾਅਦ ਨੀਤੀ ਬਦਲਣ ਦੀ ਬਹੁਤ ਵੱਡੀ ਉਮੀਦ ਸੀ ਕਿ ਖੱਜਲ ਖਵਾਰੀ ਬੰਦ ਹੋ ਜਾਏਗੀ, ਆਮ ਜਨਤਾ ਦੀ ਸਰਕਾਰ ਆਈ ਹੈ, ਤੇ ਤੁਹਾਨੂੰ ਕੀ ਲੱਗਦਾ ਕਿ ਉਹ ਸਰਕਾਰ ਆਉਣ ਦੇ ਬਾਅਦ ਨੀਤੀ ਬਦਲੀ ਕਿ ਨਹੀਂ? ਸਰਕਾਰ ਇਸ ਕਰਕੇ ਲੋਕਾਂ ਨੇ ਬਦਲਾਅ ਸਮਝ ਕੇ ਲਿਆਂਦੀ ਸੀ ਕਿ ਲੋਕਾਂ ਨੂੰ ਰਿਲੀਫ ਮਿਲੇਗੀ। ਕਾਰੋਬਾਰ ਬੰਦ, ਵਪਾਰ ਬੰਦ। ਅਗਰ ਮੋਟੀ ਗੱਲ ਕਰੀਏ ਤਾਂ ਇੱਕ ਆਮ ਆਦਮੀ ਦਾ ਜੀਣਾ ਇਸ ਵੇਲੇ ਬਹੁਤ ਮੁਸ਼ਕਿਲ ਹੋ ਗਿਆ ਹੈ। ਸਰਕਾਰ ਨੇ ਖਾਸ ਕਰਕੇ ਜਿਹੜੀ ਇਹ ਸ਼ਹਿਰੀ ਵਿਕਾਸ ਮੰਤਰਾਲਾ ਹੈ, ਇਹਦੇ ਤੇ ਅਗਰ ਗੱਲ ਕਰੀਏ ਆਪਾਂ, ਜਿਹਦੇ ਨਾਲ ਸਾਰੀ ਪੰਜਾਬ ਦਾ ਰੈਵਨਿਊ ਸੰਬੰਧਿਤ ਹੈ। ਇਹ ਅੱਜ ਤੁਸੀਂ ਰੋਸ ਪ੍ਰਦਰਸ਼ਨ ਦੇਖ ਰਹੇ ਹੋ, ਸਿਰਫ ਅੰਮ੍ਰਿਤਸਰ ਨਹੀਂ ਹੋ ਰਿਹਾ, ਪੂਰੇ ਪੰਜਾਬ ਦੀਆਂ ਤਹਿਸੀਲਾਂ ਦੇ ਬਾਹਰ ਇਹ ਸਾਰੇ ਕੋਲੋਨਾਈਜ਼ਰ, ਸਾਰੇ ਪ੍ਰਾਪਰਟੀ ਡੀਲਰ ਕਰ ਰਹੇ ਨੇ ਰੋਸ ਪ੍ਰਦਰਸ਼ਨ। ਔਰ ਪੂਰੇ ਪੰਜਾਬ ਦੇ ਡੀਡ ਰਾਈਟਰ, ਵਕੀਲ, ਸਟਾਮ ਫਰੋਸ਼
ਟਾਈਪਿਸਟ, ਫੋਟੋਸਟੈਟ ਵਾਲੇ, ਕਿਉਂਕਿ ਹਰ ਆਦਮੀ ਕਿਤੇ ਨਾ ਕਿਤੇ ਜੁੜਿਆ, ਹਰ ਆਦਮੀ ਜਿਹੜਾ ਇਸ ਕਰਕੇ ਇਹਨਾਂ ਨੂੰ ਸਮਰਥਨ ਕਰ ਰਿਹਾ, ਕਿਉਂਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਨੇ। ਲੇਕਿਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਣਾਈਆਂ ਕਿਹਨੇ? ਸਰਕਾਰ ਦੇ ਵਿੱਚ ਬੈਠੇ ਉੱਚ ਅਧਿਕਾਰੀਆਂ ਨੇ। ਕਿਉਂ ਨਹੀਂ ਬਾਰ-ਬਾਰ ਸਮਝਾਉਣ ਦੇ ਬਾਵਜੂਦ ਵੀ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਰੇਂਗਦੀ? ਔਰ ਅਸੀਂ ਪਿਛਲੇ 3-4 ਮਹੀਨੇ ਤੋਂ ਲਗਾਤਾਰ ਵਰਬਲ ਵੀ ਉਹਨਾਂ ਨਾਲ ਗੱਲ ਕਰਦੇ ਰਹੇ, ਅਫਸਰ ਸਾਹਿਬਾਨ ਨੂੰ ਮਿਲ ਜਾ ਕਰਕੇ, ਔਰ ਲਿਖਤੀ ਤੌਰ ਤੇ ਵੀ ਦੇ ਕੇ ਆਏ ਆ। ਮੋਟੀ ਜੀ ਗੱਲ ਕਰਨੇ ਆ, ਇੱਕ 50 ਗਜ ਦੀ ਰਜਿਸਟਰੀ ਦੇ ਵਾਸਤੇ ਲੋਕਾਂ ਨੂੰ NOC ਲੈਣ ਵਾਸਤੇ ਦਫ਼ਤਰਾਂ ਦੇ ਅੰਦਰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਹਨੂੰ ਤੁਸੀਂ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦੇ। ਸਰਕਾਰ ਦੇ ਆਰਡਰਾਂ ਦੇ ਮੁਤਾਬਕ 1995 ਤੋਂ ਪਹਿਲਾਂ ਦੀਆਂ ਜਿਹੜੀਆਂ ਕਲੋਨੀਆਂ ਬਣੀਆਂ, ਆਬਾਦੀਆਂ ਬਣੀਆਂ, ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਦਹਾਕਿਆਂ ਪੁਰਾਣਾ ਸ਼ਹਿਰ ਹੈ ਜੀ। ਇਹ ਦਹਾਕਿਆਂ ਪੁਰਾਣਾ, ਇਹ ਨਹੀਂ ਕਿ 10-20 ਸਾਲ, ਦਹਾਕਿਆਂ ਪੁਰਾਣਾ ਸ਼ਹਿਰ ਹੈ। ਔਰ ਜਿੱਥੇ ਸੈਂਕੜੇ ਆਬਾਦੀਆਂ ਨੇ, ਲੇਕਿਨ ਉਹਨਾਂ ਆਬਾਦੀਆਂ ਦੇ ਉੱਪਰ ਵੀ ਰਜਿਸਟਰੀਆਂ ਦੀ ਪਾਬੰਦੀ ਲਗਾਤੀ ਹੈ ਕਿ ਤਸਦੀਕ ਨਹੀਂ ਹੋ ਸਕਦੀਆਂ। ਕਿਉਂ ਨਹੀਂ ਹੋ ਸਕਦੀਆਂ? ਕਿਉਂਕਿ ਉਹਦੇ ਤੇ NOC ਇਹਨਾਂ ਨੇ ਲਾਜ਼ਮ ਕਰ ਦਿੱਤੀ। ਸਰਕਾਰ ਤੇ ਇਸ ਕਰਕੇ ਬਣਾਈ ਸੀ ਲੋਕਾਂ ਨੇ ਕਿ ਲੋਕਾਂ ਨੂੰ ਕੋਈ ਰਿਲੀਫ ਮਿਲੇਗੀ। ਪਹਿਲੀਆਂ ਸਰਕਾਰਾਂ ਜਿਹੜੀਆਂ ਸਨ 50 ਰੁਪਏ ਦੇ ਸ਼ੁਰੂ ਹੋਈਆਂ, 50 ਰੁਪਏ NOC ਗਜ ਤੋਂ, ਔਰ ਵਧੀਆਂ ਅੱਜ 406 ਰੁਪਏ ਗਜ ਹੈ। ਔਰ ਇੱਕ 50 ਗਜ ਜਾਂ 100 ਗਜ ਦੀ ਰਜਿਸਟਰੀ ਕਰਾਣੀ ਹੋਵੇ ਨਾ ਜੀ ਕਿਸੇ ਨੇ, ਆਮ ਕਿਸੇ ਇੱਕ ਮੀਡੀਅਮ ਆਬਾਦੀ ਦੇ ਅੰਦਰ, ਤੇ ਜ਼ਿਆਦਾ ਤੋਂ ਜ਼ਿਆਦਾ 30 ਜਾਂ 35 ਹਜ਼ਾਰ ਰੁਪਇਆ ਖਰਚਾ ਆਉਂਦਾ ਹੈ। ਲੇਕਿਨ ਅਗਰ ਉਸੇ 100 ਗਜ ਦੇ ਮਕਾਨ ਦੀ NOC ਲੈਣੀ ਹੋਵੇ ਤਾਂ ਲਗਭਗ 1 ਲੱਖ ਰੁਪਇਆ ਖਰਚਾ ਆਉਂਦਾ ਹੈ। ਤੁਸੀਂ ਸਮਝੋ ਕਿ ਸਟਾਂਪ ਡਿਊਟੀ ਲੱਗਣ ਦੇ ਬਾਵਜੂਦ ਹੀ 40,000 ਰੁਪਏ ਦਾ ਖਰਚਾ ਹੈ, ਲੇਕਿਨ NOC ਦੀ ਮਕਾਨ ਦਾ ਖਰਚਾ 1 ਲੱਖ ਰੁਪਏ ਦਾ। ਔਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਉਸ ਕਰਕੇ ਆਉਂਦੀ ਹੈ ਕਿ 95 ਤੋਂ ਪੁਰਾਣੀਆਂ ਜਿਹੜੀਆਂ ਰਜਿਸਟਰੀਆਂ ਨੇ, ਮੰਨ ਲੈਂਦੇ ਤੁਹਾਡਾ ਮਕਾਨ ਹੈ ਇੱਕ ਸਾਂਝਾ ਦੋਵਾਂ ਭਰਾਵਾਂ ਦਾ, ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦਾ, 2 ਭਰਾਵਾਂ ਦਾ ਇੱਕ ਮਕਾਨ ਹੈ 100 ਗਜ ਦਾ। 95 ਤੋਂ ਪਹਿਲਾਂ ਦਾ ਜਿਹੜਾ ਮਕਾਨ ਹੈ ਤੁਹਾਡਾ, ਸਰਕਾਰ ਨੇ ਉਹਦੇ ਤੇ ਪਾਬੰਦੀ ਲਾਤੀ ਹੈ ਕਿ ਅਗਰ ਤੁਸੀਂ ਦੋਵਾਂ ਭਰਾਵਾਂ ਨੇ ਆਪਸ 'ਚ ਵੰਡ ਲਿਆ, ਤੁਸੀਂ 50 ਗਜ ਦਾ ਆਪਣਾ ਹਿੱਸਾ ਵੇਚਣਾ ਚਾਹਦੇ ਹੋ ਤੇ ਨਹੀਂ ਵੇਚ ਸਕਦੇ। ਕਿਉਂ ਨਹੀਂ ਵੇਚ ਸਕਦੇ? ਕਿਉਂਕਿ ਤੁਸੀਂ ਉਹਦੀ ਵੰਡ ਕਰ ਲਈਏ ਜਾਂ ਤੇ ਉਹਦੀ NOC ਲਿਆਓ। NOC ਲਿਆਈਏ ਕਿੱਥੋਂ? ਦਫ਼ਤਰਾਂ ਦੇ ਵਿੱਚ ਜਾਂਦੇ ਲੋਕ ਖੱਜਲ ਖੁਆਰ ਹੋ ਕੇ ਆ ਜਾਂਦੇ, ਉੱਥੇ NOC ਮਿਲਦੀ ਨਹੀਂ। ਕਿਉਂ ਨਹੀਂ ਮਿਲਦੀ? ਉਹ ਕਹਿੰਦੇ ਸਾਨੂੰ ਕੋਈ ਆਰਡਰ ਹੀ ਨਹੀਂ ਹੈ। ਇਹਦਾ ਮਤਲਬ ਇਹ ਹੈਗਾ ਕਿ ਸ਼ਹਿਰ ਦੀਆਂ ਜਿਹੜੀਆਂ ਕਰੋੜਾਂ ਰੁਪਈਆਂ ਦੀਆਂ ਜਾਇਦਾਦਾਂ ਨੇ ਉਹ ਮਿੱਟੀ ਹੋ ਗਈਆਂ, ਕੰਡਮ ਹੋ ਗਈਆਂ ਬਿਲਕੁਲ, ਕਿ ਮੈਂ ਆਪਣਾ ਮਕਾਨ ਵੇਚ ਨਹੀਂ ਸਕਦਾ। ਮੇਰੇ ਪਿਤਾ ਜੀ ਦੇ ਨਾਂ ਦੀ ਪ੍ਰਾਪਰਟੀ ਹੈ, ਅਸੀਂ ਅੱਗੋਂ 7-8 ਭਾਈਵਾਲ ਹਾਂ, ਉਹਦੇ ਵਿੱਚੋਂ 4 ਭਾਈਵਾਲ ਆਪਣਾ ਮਕਾਨ ਵੇਚਣਾ ਚਾਹੁੰਦੇ ਆ, ਨਹੀਂ ਵੇਚ ਸਕਦੇ ਕਿਉਂਕਿ NOC ਚਾਹੀਦੀ ਹੈ, NOC ਮਿਲਦੀ ਨਹੀਂ ਹੈ। ਇਸ ਕਰਕੇ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਨਾ ਜੀ, ਇਹ ਲੰਬਾ ਚੱਲਣਾ ਇਹਨਾਂ ਦਾ। ਸਾਡਾ ਸਮਰਥਨ ਸੀ, ਅਸੀਂ ਸਮਰਥਨ ਦਿੱਤਾ ਇਹਨਾਂ ਨੂੰ, ਅੱਜ ਦੇ ਦਿਨ ਦਾ ਸਮਰਥਨ ਦਿੱਤਾ। ਅਸੀਂ ਵਿਚਾਰ ਕਰਾਂਗੇ, ਵਿਚਾਰ ਕਰਨ ਉਪਰੰਤ ਜੋ ਵੀ ਨਿਰਣੇ ਲਿਆ ਜਾਊਗਾ ਸਾਥੀਆਂ ਦੇ ਨਾਲ ਕਰਾਂਗੇ। ਇਹ 'ਚ ਸਟਾਂਪ ਰੋਸ਼ ਵੀ, ਇਹ 'ਚ ਸਾਡੇ ਸਾਰੇ ਵਕੀਲ ਸਾਹਿਬਾਨ ਵੀ, ਔਰ ਜਿੰਨੇ ਦੁਕਾਨਦਾਰ ਦੇਖ ਰਹੇ ਹੋ, ਇਹ ਸਾਰੇ ਰੋਟੀ ਰੋਜ਼ੀ ਦਾ ਸਾਧਨ ਬੰਦ ਹੋ ਗਿਆ ਇਹਨਾਂ ਦਾ, ਕੋਈ ਚਾਰਾ ਨਹੀਂ ਹੈ। ਲੇਕਿਨ ਸਰਕਾਰ ਕੋਈ ਸੁਣਨ ਨੂੰ ਤਿਆਰ ਨਹੀਂ। ਇੱਕ ਹੋਰ ਗੱਲ ਤੁਹਾਡੇ ਧਿਆਨ 'ਚ ਲੈਣਾ ਚਾਹੁੰਦਾ, ਸਟਾਂਪ ਰੋਸ਼। ਸਟਾਂਪ ਰੋਸ਼ਾਂ ਨੇ ਕੀ ਗੁਨਾਹ ਕਰ ਲਿਆ, ਕੀ ਪਾਪ ਕਰ ਲਿਆ? ਇਹਨਾਂ ਨੇ 31/7/2022 ਕੱਟ ਆਫ ਡੇਟ ਰੱਖ ਦਿੱਤੀ ਕਿ 31/7/22 ਤੋਂ ਬਾਅਦ ਸਟੈਂਪਿੰਗ ਹੋਏਗੀ। ਉਸ ਤੋਂ ਪਹਿਲਾਂ ਇਹਨਾਂ ਨੇ ਲੱਖਾਂ ਰੁਪਈਆਂ ਦੇ ਸਟਾਂਪ ਵੇਚੇ। ਸਰਕਾਰ ਦੇ ਕੋਲ ਸਟਾਂਪ ਰੋਸ਼ ਇਕੱਠੇ ਹੋ ਕਰਕੇ ਗਏ ਸਾਰੇ। ਸਰਕਾਰ ਦੇ ਮੰਤਰੀ, ਮਾਨਯੋਗ ਮੰਤਰੀ ਸਾਹਿਬ ਨੇ ਗੱਲ ਕਹੀ ਕਿ ਚਿੰਤਾ ਨਹੀਂ ਕਰੋ, ਅਸੀਂ ਇਹਦੀ ਤਰੀਕ ਵਧਾਵਾਂਗੇ, ਤੁਸੀਂ ਘਬਰਾਓ ਨਾ। ਉਹਨਾਂ ਦੇ ਆਸ਼ਵਾਸਨ ਤੋਂ ਬਾਅਦ ਲੋਕਾਂ ਨੇ 29 ਤਰੀਕ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਟਾਂਪ ਰੋਸ਼ਾਂ ਨੇ ਸਟਾਂਪ ਖਰੀਦਣ ਵਾਸਤੇ ਗਾਂ ਇਹਨਾਂ ਕੋਲੋਂ ਪਰਚੇਜ਼ ਕੀਤੇ ਕਿ ਅਸੀਂ ਸਾਨੂੰ ਕਮਿਸ਼ਨ ਮਿਲੇਗੀ, ਅਸੀਂ ਵੇਚਾਂਗੇ। ਲੇਕਿਨ 31 ਤਰੀਕ ਤੋਂ ਬਾਅਦ ਜਿਹੜੇ ਸਟਾਂਪ ਪਹਿਲਾਂ ਖਰੀਦੇ ਹੋਏ ਸੀ ਉਹ ਸਾਰੇ ਦੇ ਸਾਰੇ ਰੱਦੀ ਦਾ ਟੁਕੜਾ ਬਣ ਗਏ। ਅੱਜ ਸਰਕਾਰ ਨੇ ਆਪਣੀ NGDRS ਦੀ ਸਾਈਟ ਦੇ ਉੱਪਰ ਲਿਖ ਕੇ ਪਾਤਾ 2 ਤਰੀਕ ਨੂੰ, ਤੇ ਉਹਨਾਂ ਦਾ ਜਿਹੜਾ ਪੈਸਾ ਲੱਗਾ ਆ, ਪੈਸਾ ਕਿੱਥੇ? ਉਹ ਕਹਿ ਰਹੇ ਜੀ ਮਿੱਟੀ ਹੋ ਗਿਆ, ਉਹ ਮਿੱਟੀ ਹੋ ਗਿਆ। ਕਿਤੇ ਕਹਿਣ ਤੇ ਮਿੱਟੀ ਹੋਇਆ, ਜੇ ਤੁਹਾਨੂੰ ਪਤਾ ਸੀ ਕਿ ਤੁਸੀਂ 31/7/2022 ਨੂੰ ਬੰਦ ਕਰਨੇ ਆ, ਪਹਿਲੀ ਜਾਂ 2 ਤਰੀਕ ਨੂੰ ਇਹਨਾਂ ਨੇ NGDRS ਦੀ ਸਾਈਟ ਹੈ ਜਿੱਥੇ ਅਪਾਇੰਟਮੈਂਟ ਮਿਲਦੀ ਹੈ ਰਜਿਸਟਰੀ ਦੀ, ਉਹਦੇ ਤੇ ਲਿਖ ਕੇ ਇਹਨਾਂ ਨੇ ਪਾਤਾ ਹੈ ਕਿ ਵੀ ਸਟੈਂਪਿੰਗ ਹੋਏਗੀ ਤੇ ਆਪਣਾ ਆਨਲਾਈਨ ਆਪਣੇ ਮਿਲੇਗੀ ਤੁਹਾਨੂੰ ਅਪਾਇੰਟਮੈਂਟ। ਜਿਹੜੀ ਤੁਸੀਂ ਪਹਿਲੀ ਤਰੀਕ ਨੂੰ ਜੋ ਅਪਾਇੰਟਮੈਂਟ ਦੇ ਵਾਸਤੇ ਪਾਬੰਦੀ ਲਗਾ ਰਹੇ ਹੋ, ਤੁਸੀਂ ਜੁਲਾਈ ਦੀ 10 ਤਰੀਕ ਨੂੰ ਕਿਉਂ ਨਹੀਂ ਲਗਾਈ? ਤੁਸੀਂ ਜੁਲਾਈ ਦੀ 15 ਤਰੀਕ ਨੂੰ ਕਿਉਂ ਨਹੀਂ ਲਗਾਈ ਕਿ ਕੋਈ ਵੀ ਬੰਦਾ ਅਗਰ ਪਹਿਲੀ ਤੋਂ ਬਾਅਦ ਦੀ ਅਪਾਇੰਟਮੈਂਟ ਲੈਂਦਾ ਤਾਂ ਉੱਥੇ ਲਿਖਿਆ ਆ ਜੇ ਵੀ ਇੱਥੇ ਸਟੈਂਪਿੰਗ ਜ਼ਰੂਰੀ ਹੈ। ਇਸ ਕਰਕੇ ਸਰਕਾਰ ਨਾ ਸਮਝੀ ਕੁਝ ਕਰ ਰਹੀ ਹੈ। ਕੋਈ ਸਰਕਾਰ ਕੋਲ ਵਿਜ਼ਨ ਨਹੀਂ ਹੈ, ਕੋਈ ਸਰਕਾਰ ਦੇ ਸਲਾਹਕਾਰ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਦੇ ਨੇ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਲਿਸੀਆਂ ਬਣਾ ਕਰਕੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ। ਜੀ ਸਿਰਫ ਇਹ ਲੋਕ ਹੀ ਨਹੀਂ ਨੇ ਪ੍ਰਾਪਰਟੀ ਡੀਲਰ, ਅੱਜ ਕਿੱਥੇ ਹੈ ਜੀ? ਤੁਸੀਂ ਰਾਜ ਮਿਸਤਰੀ ਦੀ ਗੱਲ ਕਰ ਲਓ, ਲੇਬਰ ਦੀ ਗੱਲ ਕਰ ਲਓ, ਪੇਂਟ ਵਾਲੇ ਦੀ ਗੱਲ ਕਰ ਲਓ, ਤਰਖਾਨ ਦੀ ਗੱਲ ਕਰ ਲਓ, ਕਿਸੇ ਵੀ ਜ਼ਮੀਨ ਦਾ ਕੰਮ ਕਰਨ ਵਾਲੇ ਬੰਦੇ ਨੂੰ ਪੁੱਛ ਲਓ ਤੇ ਢਾਵਾ ਮਾਰ ਕੇ ਰੋ ਰਿਹਾ ਕਿ ਬੜੀ ਵੱਡੀ ਗਲਤੀ ਕਰ ਲਈ ਹੈ ਸਰਕਾਰ ਨੂੰ ਵੋਟ ਪਾ ਕੇ। ਸਰਕਾਰ ਨੂੰ ਵੋਟ ਪਾਉਣ ਦਾ ਮਤਲਬ ਇਹ ਸੀ ਕਿ ਲੋਕ ਪਿਛਲੀਆਂ ਸਰਕਾਰਾਂ ਤੋਂ ਦੁਖੀ ਸਨ, ਇਸ ਕਰਕੇ ਲੋਕਾਂ ਨੇ ਵੋਟ ਪਾਈ। ਪਰ ਇਹਨਾਂ ਨਾਲੋਂ ਤੇ ਲੋਕ ਜਿਹੜੇ ਇੱਥੇ ਬੈਠੇ ਆ ਉਹੀ ਗੱਲ ਕਹਿ ਰਹੇ ਆ ਕਿ ਯਾਰ ਇਸ ਸਰਕਾਰ ਨੇ ਤੇ ਹੱਦ ਹੀ ਮੁਕਾਤੀ ਹੈ ਕਿ ਟੋਟਲ ਕੰਮ ਹੀ ਬੰਦ ਕਰ ਦਿੱਤੇ ਹੈ ਕਿ ਅੱਜ ਸਾਡੇ ਕੰਮ ਵਸੀਕਾਂ ਨੂੰ ਦਾ ਕੰਮ ਬੰਦ, ਸਟਾਂਪ ਰੋਸ਼ਾਂ ਦਾ ਕੰਮ ਬੰਦ, ਵਕੀਲਾਂ ਦਾ ਕੰਮ ਬੰਦ। ਸਾਡਾ ਰੋਜ਼ੀ ਰੋਟੀ ਦਾ ਸਾਧਨ ਹੈ ਜੀ, ਲੇਕਿਨ ਅਗਰ ਕੰਮ ਹੀ ਨਹੀਂ ਹੋਏਗਾ, ਕੋਈ ਰਜਿਸਟਰੀ ਲਿਖ
ਦੇਖਾਂਗੇ ਸਾਡੇ ਕੋਲ ਆਏਗਾ ਕੌਣ। ਇਸ ਕਰਕੇ ਹੀ ਇਹਨਾਂ ਨੂੰ ਅੱਜ ਸਮਰਥਨ ਦਿੱਤਾ ਹੈ। ਸੋ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਰਕਾਰ ਤੱਕ ਅਸੀਂ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਬਰਾਏ ਮਿਹਰਬਾਨੀ ਇਹਨਾਂ ਜਿਹੜੀਆਂ ਸਾਡੀਆਂ ਡਿਮਾਂਡਸ ਨੇ, ਜਿਹੜੀਆਂ ਸਰਕਾਰ ਦੀਆਂ ਤਕਲੀਫਾਂ ਨੇ, ਉਹਨਾਂ ਦੀ ਗੱਲ ਸੁਣੋ ਔਰ ਉਹਨਾਂ ਗੱਲਾਂ ਨੂੰ ਸੁਣ ਕਰਕੇ ਇਹਨੂੰ ਦੂਰ ਕਰੋ ਤਾਂ ਕਿ ਲੋਕ ਇਹ ਸਮਝਣ ਕਿ ਸਰਕਾਰ ਆਮ ਆਦਮੀ ਦੀ ਆਈ ਹੈ। ਆਮ ਆਦਮੀ ਦੀ ਸਰਕਾਰ ਲਿਆਉਣ ਵਾਸਤੇ ਆਮ ਆਦਮੀ ਬਣੇ ਬੈਠੇ ਜਿਹੜੇ ਅੱਜ ਮੰਤਰੀ ਬੈਠੇ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਲੋਕ ਜ਼ਮੀਨ ਦੇ ਉੱਪਰ ਅੱਜ ਇੰਨੀ ਗਰਮੀ ਦੇ ਵਿੱਚ ਬੈਠ ਕਰਕੇ ਇਹ ਦੇਖੋ ਪਸੀਨੋ ਪਸੀਨੀ ਹੋਏ ਲੋਕ ਕਿਉਂ ਕਰ ਰਹੇ ਆ, ਰੋਜ਼ੀ ਰੋਟੀ ਦਾ। ਇਸ ਕਰਕੇ ਮੇਰੀ ਬੇਨਤੀ ਹੈ ਤੁਹਾਡੇ ਚੈਨਲ ਦੇ ਰਾਹੀਂ ਸਰਕਾਰ ਨੂੰ ਕਿ ਇਹਦਾ ਜਲਦੀ ਤੋਂ ਜਲਦੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਔਰ ਲੋਕਾਂ ਨੂੰ ਰਿਲੀਫ ਕੀਤੀ ਜਾਵੇ। ਦੂਸਰੀ ਇੱਕ ਤੁਹਾਡੇ ਤੋਂ ਸਵਾਲ ਪੁੱਛਣਾ ਚਾਹਾਂਗੇ ਕਿ ਜਿਹੜੀਆਂ ਸਰਕਾਰ ਐਨਓਸੀ ਮੰਗਦੀ ਹੈ, ਇੱਕ ਅਵੈਧ ਕਲੋਨੀ ਘੋਸ਼ਿਤ ਕਰਦੀ ਹੈ ਸਰਕਾਰ, ਉਸ ਕਲੋਨੀ ਦੇ ਵਿੱਚ ਪਾਵਰ ਸਪਲਾਈ ਜਾਂਦੀ ਪਈ ਹੈ, ਬਿਜਲੀ ਜਾਂਦੀ ਪਈ ਹੈ, ਪਾਣੀ ਜਾਂਦਾ ਪਿਆ, ਸੀਵਰੇਜ ਵੀ ਹੈਗੀ, ਉਸ ਤੋਂ ਬਾਵਜੂਦ ਵੀ ਅਵੈਧ ਕਿਉਂ ਘੋਸ਼ਿਤ ਹੁੰਦੀ ਕਲੋਨੀ? ਹਾਂ, ਇਹ ਤੁਹਾਡਾ ਸਵਾਲ ਬਹੁਤ ਵਧੀਆ ਹੈ। ਅਸੀਂ ਇਸ ਮੁੱਦੇ ਨੂੰ ਲੈ ਕੇ ਬਾਰ-ਬਾਰ ਮੁੱਦਾ ਉਛਾਲਿਆ ਵਾ ਵੀ ਜਿੱਥੇ ਸਰਕਾਰ ਨੇ ਖੁਦ ਸੜਕਾਂ ਬਣਾਈਆਂ ਹੋਣ, ਸੀਵਰੇਜ ਪਾਏ ਹੋਣ, ਬਿਜਲੀ ਸਪਲਾਈ ਦਿੱਤੀ ਹੋਵੇ, ਹਰ ਸੁਵਿਧਾਵਾਂ ਦਿੱਤੀਆਂ ਹੋਣ, ਉਹ ਕੀ ਉਹ ਗੈਰ ਕਾਨੂੰਨੀ ਕਲੋਨੀ ਹੋ ਸਕਦੀ ਹੈ? ਇਹ 'ਤੇ ਜਦੋਂ ਸਵਾਲ ਖੜੇ ਕੀਤੇ ਵੀ ਅੰਮ੍ਰਿਤਸਰ ਸ਼ਹਿਰ ਜਿਹੜਾ ਸ਼੍ਰੀ ਗੁਰੂ ਸਾਹਿਬ ਨੂੰ ਦੀ ਨਗਰੀ ਕਿਹਾ ਜਾਂਦਾ, ਇਸ ਇਲਾਕੇ ਵਿੱਚ ਰਾਣੀ ਕਾ ਬਾਗ, ਮਜੀਠਾ ਰੋਡ, ਸੁਲਤਾਨਵਿੰਡ ਰੋਡ, ਉਸ ਤੋਂ ਹੁਸੈਨਪੁਰਾ, ਸਲਾਮਾਬਾਦ, ਪੁਤਲੀ ਘਰ, ਛਾਟਾ ਤੱਕ ਤੋਂ ਦੂਰ ਤੋਂ ਬਾਈਪਾਸ ਤੱਕ ਜਾਓ, ਕਲੋਨੀਆਂ 95 ਤੋਂ ਸਨ ਤੋਂ ਪਹਿਲਾਂ ਦੀਆਂ ਬਣੀਆਂ ਹੋਈਆਂ, ਠੀਕ ਹੈ। ਤੇ ਇੱਥੇ ਸਰਕਾਰ ਨੇ ਖੁਦ ਸੁਵਿਧਾਵਾਂ ਦਿੱਤੀਆਂ ਹੋਈਆਂ, ਇਹਦੇ ਬਾਵਜੂਦ ਵੀ ਉਹਦੀ ਐਨਓਸੀ ਮੰਗੀ ਜਾ ਰਹੀ ਹੈ। ਜਦੋਂ ਇਹ ਸਵਾਲ ਖੜੇ ਕੀਤੇ ਵੀ ਜਿੱਥੇ ਸਰਕਾਰ ਨੇ ਖੁਦ ਸੁਵਿਧਾਵਾਂ ਦਿੱਤੀਆਂ ਤਾਂ ਉੱਥੇ ਉਹ ਗੈਰ ਕਾਨੂੰਨੀ ਹੋ ਸਕਦੀ ਹੈ। ਉਸ ਤੋਂ ਬਾਅਦ ਸਰਕਾਰ ਨੇ ਇੱਕ ਆਰਡਰ ਦਿੱਤਾ ਵੀ ਸਾਰੀਆਂ ਕਾਰਪੋਰੇਸ਼ਨਾਂ ਇੱਕ ਲਿਸਟ ਜਾਰੀ ਕਰਨਗੇ ਜਿੱਥੇ ਐਨਓਸੀ ਦੀ ਲੋੜ ਨਹੀਂ ਹੈਗੀ। ਇਸ ਗੱਲ ਨੂੰ 2.5 ਮਹੀਨੇ ਹੋ ਗਏ ਆ, ਹਾਲ ਤੱਕ ਕਿਸੇ ਨੇ ਉਹ ਲਿਸਟ ਜਾਰੀ ਨਹੀਂ ਕੀਤੀ। ਕਿਉਂ ਨਹੀਂ ਲਿਸਟ? ਹਾਲਾਂਕਿ ਸੀਐਮ ਸਾਹਿਬ ਦੇ ਆਰਡਰ ਨੇ। ਇਸ ਮੁੱਦੇ ਦੇ ਉੱਤੇ ਅਸੀਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਸੀ, ਸਰ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਆਰਡਰ ਕਰੋ ਵੀ ਇਹ ਲਿਸਟ ਜਾਰੀ ਕਰਨ, ਘੱਟ ਤੋਂ ਘੱਟ ਕੁਛ ਲੋਕਾਂ ਨੂੰ ਤਾਂ ਰਿਲੀਫ ਮਿਲੇ। ਤੇ ਡੀਸੀ ਸਾਹਿਬ ਦਾ ਕਹਿਣਾ ਸੀ ਵੀ ਮੈਂ ਕਿਉਂ ਸਿਰਦਰਦੀ ਲਵਾਂ, ਜੇ ਨਹੀਂ ਜਾਰੀ ਕਰਦੇ ਸਰਕਾਰ ਆਪੇ ਐਕਸ਼ਨ ਲਵੇ। ਯਾਨੀ ਕਿ ਡੀਸੀ ਸਾਹਿਬ ਵੀ ਇਹ 'ਚ ਇੰਟਰਸਟ ਲੈਣ ਨੂੰ ਤਿਆਰ ਨਹੀਂ, ਜਿਸ ਕਰਕੇ ਲੋਕਾਂ ਨੂੰ, ਸ਼ਹਿਰ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਸਮਝ ਕਿ ਨਹੀਂ? ਇਸ ਕਰਕੇ ਇਸ 95 ਸਾਲ ਤੋਂ ਪਹਿਲਾਂ ਦੀ ਕੋਈ ਵੀ ਰਜਿਸਟਰੀ ਹੋ ਤੇ ਕਿਸੇ ਤਰ੍ਹਾਂ ਦੀ ਐਨਓਸੀ ਦੀ ਪਾਲਿਸੀ ਲਾਗੂ ਹੋਣੀ ਨਹੀਂ ਚਾਹੀਦੀ, ਭਾਵੇਂ ਕੋਈ ਉਹ ਹਿੱਸੇ 'ਚ ਵੇਚੇ, ਭਾਵੇਂ ਕੋਈ ਖਾਸ ਵੇਚੇ। ਇਹ 'ਤੇ ਪਾਲਿਸੀ ਵੈਸੇ ਨਹੀਂ ਲਾਗੂ ਹੋਣੀ ਚਾਹੀਦੀ ਕਿਉਂਕਿ ਐਕਟ ਜਿਹੜਾ ਪੁੱਡਾ ਐਕਟ 95 'ਚ ਬਣਿਆ, 95 ਤੋਂ ਪਹਿਲਾਂ ਦੇ ਉੱਤੇ ਲਾਗੂ ਹੀ ਨਹੀਂ ਹੁੰਦਾ। ਤੇ ਉਹਨਾਂ ਦੇ ਤੇ ਕਿਉਂ ਥੋਪਿਆ ਜਾ ਰਿਹਾ, ਕਿਉਂ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ, ਪਰੇਸ਼ਾਨ ਕੀਤਾ ਜਾ ਰਿਹਾ। ਦੂਸਰੀ ਗੱਲ, ਹੁਣ ਵਾਰਡਬੰਦੀ ਦੇ ਵਿੱਚ ਵੀ ਵਾਰਡਾਂ ਵੀ ਨਵੀਆਂ ਬਣਾਈਆਂ ਜਾ ਰਹੀਆਂ, ਤਕਰੀਬਨ 10 ਤੋਂ 12 ਵਾਰਡਾਂ ਨਵੀਆਂ ਬਣਾਈਆਂ ਜਾ ਰਹੀਆਂ, ਜਿਹੜੀਆਂ ਕਿ ਨਵੀਆਂ ਕਲੋਨੀਆਂ ਬਣੀਆਂ, ਉਹਨਾਂ ਨੂੰ ਨਵੇਂ ਕੌਂਸਲਰ ਦਿੱਤੇ ਜਾਣਗੇ। ਪਰ ਉਹ ਜੇ ਅਵੈਧ ਹੈ ਤਾਂ ਕਿਸ ਤਰ੍ਹਾਂ ਨਵੇਂ ਕੌਂਸਲਰ? ਐਕਚੁਅਲੀ ਜਿਹੜੀ ਇਲੀਗਲ ਕਲੋਨੀ ਦੀ ਪਰਿਭਾਸ਼ਾ ਐਕਚੁਅਲੀ ਇਹ ਸੀ ਜਿੱਥੇ ਐਗਰੀਕਲਚਰ ਲੈਂਡ ਲੈ ਕੇ ਨਵੇਂ ਸਿਰੇ ਕਲੋਨੀ ਕੱਟੀ ਜਾਂਦੀ ਹੈ, ਉਹ ਇਲੀਗਲ ਕਲੋਨੀ ਦੀ ਹੀ ਮੰਨ ਸਕਦੇ ਆ। ਪਰ ਜਿੱਥੇ ਸਰਕਾਰ ਨੇ ਖੁਦ ਸੁਵਿਧਾਵਾਂ ਦਿੱਤੀਆਂ ਜਾਣ, ਉਹ ਇਲੀਗਲ ਨਹੀਂ ਹੋ ਸਕਦੀ, ਸਮਝ ਕਿ ਨਹੀਂ? ਜਿੱਥੇ ਲੋਕਾਂ ਦੇ ਨਕਸ਼ੇ ਪਾਸ ਹੋਏ ਹੁੰਦੇ ਨੇ, ਨਕਸ਼ੇ ਜਿਹ 'ਚ ਡਿਵੈਲਪਮੈਂਟ ਚਾਰਜ ਦਿੱਤੇ ਹੁੰਦੇ, ਹਰ ਤਰ੍ਹਾਂ ਦੇ ਫੀਸ ਦਿੱਤੀਆਂ ਹੁੰਦੀਆਂ, ਤੇ ਇਹਦੇ ਬਾਵਜੂਦ ਅਫਸਰ ਸਾਹਿਬ ਕਹਿੰਦੇ ਸਾਨੂੰ ਕੋਈ ਆਰਡਰ ਹੀ ਨਹੀਂ ਹੈਗਾ ਵੀ ਨਕਸ਼ੇ ਪਾਸ ਦੇ ਰਜਿਸਟਰੀ ਕਰ, ਸਾਨੂੰ ਐਨਓਸੀ ਲਿਆ ਕੇ ਦਿਓ ਤੇ ਰਜਿਸਟਰੀ ਕਰਨੀ ਹੈ। ਇਹ ਮਤਲਬ, ਇਹਦੇ ਮਤਲਬ ਹੈ ਕਿਤੇ ਨਾ ਕਿਤੇ ਸਰਕਾਰ ਦੇ ਗਾਈਡਲਾਈਨ, ਆਦੇਸ਼ ਕਿਤੇ ਨਾ ਕਿਤੇ ਅਧੂਰੇ ਨੇ ਜਾਂ ਅਸਪਸ਼ਟ ਨੇ। ਉਹਦੀ ਆੜ ਦੇ ਵਿੱਚ ਅਫਸਰ ਹੱਦ ਤੋਂ ਜ਼ਿਆਦਾ ਮਤਲਬ ਸਖਤੀ ਕਰ ਰਹੇ ਨੇ, ਜਿਸ ਕਰਕੇ ਲੋਕਾਂ ਦੀਆਂ ਜਿਹੜੀਆਂ ਰਜਿਸਟਰੀਆਂ ਹੋ ਸਕਦੀਆਂ ਨੇ ਉਹ ਵੀ ਨਹੀਂ ਹੋ ਪਾ ਰਹੀਆਂ। ਸਾਡੇ ਕੋਲ ਰੀਸੈਂਟਲੀ ਇੱਕ ਕੇਸ ਆਇਆ ਪਿਛਲੇ ਹਫ਼ਤੇ, ਉਹਦੇ 'ਚ ਇੱਕ ਫੈਮਿਲੀ ਦੇ ਵਿੱਚ ਇੱਕ ਜਣਾ 1/10 ਹੋਲਡਰ, ਸ਼ੇਅਰ ਹੋਲਡਰ ਸੀ, ਉਹ ਆਸਟ੍ਰੇਲੀਆ ਰਹਿੰਦਾ ਸੀ, ਤੇ 9/10 ਹਿੱਸੇ ਦੇ ਜਿੰਨੇ ਮਾਲਕ ਸੀ ਉਹਨਾਂ ਨੇ ਮਤਲਬ ਰਜਿਸਟਰੀ ਕਰਨੀ ਸੀ। ਉਹਨਾਂ 'ਚ ਸਾਨੂੰ ਹੁਣ ਪਤਾ ਲੱਗਾ ਵੀ ਸਾਡੇ ਪੰਜਾਬ ਦੇ ਕੋਈ ADGP ਵਿਜੀਲੈਂਸ ਨਾਲ ਰਿਲੇਟਡ ਨੇ, ਉਹਨਾਂ ਦੀ ਰੀਅਲ ਸਿਸਟਰ ਸੀ ਕੋਈ, ਤੇ ਉਹਨਾਂ ਦੀ ਰਜਿਸਟਰੀ ਸੀ, ਤੇ ਸਾਹਿਬ ਕਹਿ ਰਹੇ ਸੀ ਵੀ ਮੈਂ ਨਹੀਂ ਕਰ ਸਕਦਾ ਹਿੱਸੇ ਦੀ ਰਜਿਸਟਰੀ। ਉਹ ਵੀ ਰਜਿਸਟਰੀ ਨਹੀਂ ਹੋਈ। ਉਹਨਾਂ ਨੇ ਕਿਹਾ ਵੀ ਉਹਦਾ ਹਿੱਸਾ ਛੱਡਿਆ ਹੀ, ਡਾਇਮੈਂਸ਼ਨ ਨਹੀਂ ਚੇਂਜ ਕਰ ਰਹੇ, ਨਾ ਲੰਬਾਈ ਤੋੜ ਰਹੇ ਆ, ਨਾ ਚੌੜਾਈ ਤੋੜ ਰਹੇ ਆ, ਨਾ ਉਹਦਾ ਸਰਾਊਂਡਿੰਗ ਹਿੱਸਾ ਜਿਹਨੂੰ ਚੌਗਿਰਦਾ ਕਹਿੰਦੇ ਆਪਾਂ, ਅਸੀਂ ਉਹ ਵੀ ਚੇਂਜ ਨਹੀਂ ਕਰ ਰਹੇ, ਆਪਾਂ ਸਿਰਫ ਹਿੱਸਾ ਵੇਚ ਰਹੇ ਆ। ਉਹਨਾਂ ਨੇ ਸਾਡੇ ਤਹਿਸੀਲਦਾਰ ਸਾਹਿਬ, ਸਬ ਰਜਿਸਟਰਾਰ ਸਾਹਿਬ ਨੇ ਉਹ ਵੀ ਰਜਿਸਟਰੀ ਨਹੀਂ ਕੀਤੀ। ਉਹਨਾਂ ਨੇ ਕਿਹਾ ਜੀ ਮੈਂ ਨਹੀਂ ਕਰ ਸਕਦਾ। ਇਸ ਤੋਂ ਇਹ ਸਾਬਤ ਹੁੰਦਾ ਵੀ ਸਰਕਾਰ ਦੇ ਜਿਹੜੇ ਆਦੇਸ਼ ਨੇ, ਨਿਰਦੇਸ਼ ਨੇ, ਗਾਈਡਲਾਈਨ ਨੇ, ਜਾਂ ਉਹਦੇ ਕਿਤੇ ਨਾ ਕਿਤੇ ਅਸਪਸ਼ਟ ਨੇ, ਤੇ ਜਾਂ ਅਫਸਰ ਜਾਣਬੁੱਝ ਕੇ ਉਹਨੂੰ ਸਹੀ ਅਫਸਰ ਮੰਨਦੇ ਕਿਉਂ ਨਹੀਂ? ਅਫਸਰ ਮੰਨਦੇ ਕਿਉਂ ਨਹੀਂ? ਉਹਦੇ ਪਿੱਛੇ ਮਨਸ਼ਾ ਕੀ ਹੈਗੀ ਹੈ? ਮਨਸ਼ਾ ਉਹਨਾਂ ਦੀ ਮਨਸ਼ਾ ਤੇ ਇਹ ਹੈ ਵੀ ਸਾਨੂੰ ਆਰਡਰ ਸਾਫ਼ ਨਹੀਂ ਹੈਗੇ। ਜਦ ਕਿ ਜੇ ਡੀਸੀ ਸਾਹਿਬ, ਕਈ ਵਾਰੀ ਡੀਸੀ ਸਾਹਿਬ ਨਾਲ ਸਾਡੇ ਨਾਲ ਮੀਟਿੰਗ ਹੋਈ, ਡੀ ਡਾਇਰੈਕਟਰ ਵਕੀਲਾਂ ਦੇ ਨਾਲ ਮੀਟਿੰਗ ਹੋਈ ਸੀ, ਉਹਨਾਂ ਨੇ ਕਿਹਾ ਸੀ ਵੀ ਹਿੱਸੇ ਦੀ ਰਜਿਸਟਰੀ ਹੋ ਸਕਦੀ ਹੈ, ਨਕਸ਼ਾ ਪਾਸ ਹੈਗਾ ਉਹਦੀ ਰਜਿਸਟਰੀ ਹੋ ਸਕਦੀ ਹੈ। ਅਸੀਂ ਉਹਨਾਂ ਦਾ ਮੈਸੇਜ ਤਹਿਸੀਲਦਾਰ ਸਾਹਿਬ ਨੂੰ ਪਹੁੰਚਾਇਆ, ਤੇ 1995 ਦੇ ਪਹਿਲਾਂ ਦੀ ਵੀ ਰਜਿਸਟਰੀਆਂ ਹੋ ਸਕਦੀ ਹੈ, ਤੇ ਹਿੱਸੇ ਦੀ ਰਜਿਸਟਰੀ ਹੋ ਸਕਦੀ ਹੈ। ਜਦੋਂ ਤਹਿਸੀਲਦਾਰ ਸਾਹਿਬ ਨਾਲ ਗੱਲ ਕੀਤੀ, ਉਹ ਕਹਿੰਦੇ ਸਾਨੂੰ ਡੀਸੀ ਸਾਹਿਬ ਲਿਖ ਕੇ ਆਰਡਰ ਦੇਣ। ਹੁਣ ਸਾਨੂੰ ਬਾਰ-ਬਾਰ ਪਤਾ ਲੱਗਾ ਡੀਸੀ ਸਾਹਿਬ ਕਹਿੰਦਾ ਮੈਂ ਲਿਖ ਕੇ ਆਰਡਰ, ਤੁਸੀਂ ਕਾਹਦੇ ਵਾਸਤੇ ਲੱਗੇ, ਤੁਹਾਨੂੰ ਨਹੀਂ ਸਮਝ ਆਉਂਦੀ, ਮੈਂ ਲਿਖ ਕੇ ਆਰਡਰ ਕੋਈ ਨਹੀਂ ਦੇਣਾ, ਜਿਸ ਕਰਕੇ ਉਹ ਰਜਿਸਟਰੀਆਂ ਨਹੀਂ ਹੋ ਪਾ ਰਹੀਆਂ। ਇਸ ਸਖਤਾਈ ਦੇ ਵਿੱਚ ਕਿਤੇ ਉਹ ਤਾਂ ਕਾਰਨ ਨਹੀਂ ਹੈ ਭਗਵੰਤ
ਭਗਵੰਤ ਮਾਨ ਨੇ ਕਿਹਾ ਸੀ ਕਿ ਜੇ ਕੋਈ ਰਿਸ਼ਵਤ ਮੰਗਦਾ ਤਾਂ ਉਹਦੀ ਵੀਡੀਓ ਮੈਨੂੰ WhatsApp ਕੀਤੀ ਜਾਵੇ ਜਾਂ ਪ੍ਰੂਫ ਦਿੱਤੇ ਜਾਣ, ਅਸੀਂ ਉਸ ਤੇ ਕੋਈ ਐਕਸ਼ਨ ਲਵਾਂਗੇ। ਤੇ ਰਿਸ਼ਵਤਖੋਰੀ ਨੂੰ ਰੋਕਣ ਦੇ ਲਈ ਜਿਹੜਾ ਐਕਸ਼ਨ ਲਿੱਤਾ ਗਿਆ ਸਰਕਾਰ ਵੱਲੋਂ, ਉਹ ਕਾਰਨ ਤੇ ਨਹੀਂ ਹੈ ਅਫਸਰਸ਼ਾਹੀ ਦੇ ਸਖਤ ਹੁੰਦਾ? ਇਹ ਵੀ ਕਾਰਨ ਹੋ ਸਕਦਾ ਵੀ ਉਹ ਕਹਿੰਦੇ ਸਾਡੇ ਤੇ ਸਖਤੀ ਕਰਨੀ ਹੈ ਤੇ ਅਸੀਂ ਇਹੋ ਜਿਹੀ ਸਖਤੀ ਕਰੀਏ ਵੀ ਲੋਕੀ ਸਰਕਾਰ ਦੇ ਖਿਲਾਫ ਹੋਣੇ, ਵੀ ਹੋ ਸਕਦਾ। ਕੰਮ ਰੁਕੇਗਾ ਤੇ ਰਿਸ਼ਵਤਖੋਰੀ ਵਧੇਗੀ। ਨਹੀਂ ਆਪਾਂ ਦੇਖੋ ਜੀ, ਰਿਸ਼ਵਤਖੋਰੀ ਵਧੀ ਫਿਲਹਾਲ ਤੇ ਕੰਮ ਨਹੀਂ ਹੋਣਦੇ। ਰਿਸ਼ਵਤ ਤਾਂ ਲੋਕੀ ਤੇ ਪੈਸੇ ਦੇਣ ਨੂੰ ਤਿਆਰ ਨੇ, ਕੰਮ ਨਹੀਂ ਹੋਣਦੇ। ਲੋਕੀ ਰਿਸ਼ਵਤ ਦੇਣ ਨੂੰ ਤਿਆਰ ਨੇ। ਮਜ਼ੇਦਾਰ ਗੱਲ ਇਹ ਵੇਖੋ ਕਿ ਇਹਨਾਂ ਨੇ ਕਲੈਕਟਰ ਰੇਟ ਕਿਸ ਤਰ੍ਹਾਂ ਵਧਾਏ ਨੇ। ਜੇ ਤੁਹਾਡਾ 2.5 ਫੁੱਟ ਦੀ ਗਲੀ 'ਚ ਮਕਾਨ ਹੈ ਉਹ ਵੀ 50,000 ਰੁਪਏ ਗਜ ਹੈ, ਜਿਹੜਾ 40 ਫੁੱਟ ਦੀ ਸੜਕ ਦਾ ਮਕਾਨ ਹੈ ਉਹ ਵੀ 40,000 ਰੁਪਏ ਗਜ। ਕਲੈਕਟਰ ਰੇਟ 100 ਗੁਣਾ ਜ਼ਿਆਦਾ, 300 ਗੁਣਾ। ਅੱਜ ਤੱਕ ਇਤਿਹਾਸ ਹੈਗਾ ਜੇ ਕਿ ਕਿਸੇ ਸਰਕਾਰ ਨੇ 10% ਤੋਂ ਵੱਧ ਕਲੈਕਟਰ ਰੇਟ ਨਹੀਂ ਵਧਾਏ। ਉਹ ਵੀ ਸਰਕਾਰ ਇਸ ਕਰਕੇ ਮਾਹੌਲ ਦੇਖਦੀ ਕਿ ਕਿਸੇ ਸਾਲ ਨਹੀਂ ਸੀ ਵੀ ਵਧਾਉਂਦੀ। ਇਹਨਾਂ ਨੇ ਤੇ ਪਟਖੱਚੇ ਡਾਤੇ ਲੋਕਾਂ ਦੇ ਕਲੈਕਟਰ ਰੇਟ ਵੇਖੋ। ਫਿਰ ਇੱਕ ਗੱਲ ਵੇਖੋ, ਦੇਖਣ ਵਾਲੀ ਗੱਲ ਇਹ ਹੈ ਕਿ ਜੇ ਲੋਕਾਂ ਨੂੰ ਸਹੂਲਤ ਦੇਣੀ ਹੈ ਉਹ ਕੈਬਨਿਟ 'ਚ ਪਾਸ ਹੋਏਗੀ। ਜੇ ਲੋਕਾਂ ਤੇ ਬੋਝ ਪਾਉਣਾ ਉਹ ਰਾਤੋਂ ਰਾਤ ਸਵੇਰੇ ਸੁੱਤੇ ਉੱਠਦੇ ਤੁਹਾਨੂੰ ਪਤਾ ਲੱਗੇਗਾ ਅੱਜ ਕਲੈਕਟਰ ਰੇਟ ਸਾਡਾ 1000 ਰੁਪਏ ਗਜ ਦੀ ਬਜਾਏ 2500 ਰੁਪਏ ਗਜ ਹੋ ਗਿਆ ਜਾਂ 10,000 ਰੁਪਏ ਗਜ ਹੋ ਗਿਆ। ਇਹਨੇ ਤੇ ਜ਼ਮੀਨਾਂ ਦੇ ਮੌਕੇ ਤੇ ਰੇਟ ਨਹੀਂ ਹੈਗੇ ਜਿੰਨੇ ਕਲੈਕਟਰ ਰੇਟ ਵੱਧ ਗਏ ਸ਼ਾਹ ਜੀ। ਕਿੰਨੇ % ਇਹਨਾਂ ਨੇ ਕਲੈਕਟਰ ਰੇਟ ਵਧਾਇਆ? ਲਿਮਟਿਡ 300%, 10% ਤੋਂ ਵੱਧ ਅੱਜ ਤੱਕ ਇਤਿਹਾਸ ਹੈਗਾ ਜੇ ਕਿਸੇ ਸਰਕਾਰ ਨੇ ਰੇਟ ਨਹੀਂ ਜੇ ਵਧਾਏ। ਉਹ ਵੀ ਜੇ ਕਿਤੇ ਜਿਸ ਤਰ੍ਹਾਂ ਕੋਵਿਡ ਆ ਗਿਆ ਜਾਂ ਕਿਤੇ ਹੜ੍ਹ ਆ ਗਏ ਜਾਂ ਮਾਹੌਲ, ਉਹਨਾਂ ਨੇ ਦੇਖਣਾ ਕਿ ਪ੍ਰਾਪਰਟੀ ਇਸ ਲਈ ਬੂਮ 'ਚ ਆ ਕੇ ਲੈਸ 'ਚ ਆ, ਉਹ ਨਹੀਂ ਸੀ ਵਧਾਉਂਦੇ। ਇਹਨਾਂ ਨੇ ਤੇ ਕਲੈਕਟਰ ਰੇਟ ਪਤਾ ਨਹੀਂ ਕਿਸ ਤਰ੍ਹਾਂ ਵਧਾਤੇ, ਮੌਕੇ ਤੇ ਇਹਨੇ ਰੇਟ ਨਹੀਂ ਹੈਗੇ। ਜੇ ਤੁਸੀਂ ਆਮ ਜਨਤਾ ਦੀ ਸਰਕਾਰ ਹੈ, ਆਮ ਪਬਲਿਕ ਦੀ ਸਰਕਾਰ ਇਹ ਤੁਹਾਨੂੰ ਪਬਲਿਕ ਇਹ ਤੁਹਾਡੇ ਸਾਹਮਣੇ ਹੀ ਵੇਖਣ ਨੂੰ ਮਿਲਦਾ ਤੁਹਾਨੂੰ ਨਜ਼ਾਰਾ ਕਿਹਦੀ ਸਰਕਾਰ ਹੈਗੀ ਆ। ਧਰਨੇ ਜਲੂਸ ਨਿਕਲਦੇ ਨੇ, ਹੈਰਾਨਗੀ ਦੀ ਗੱਲ ਹੈ। ਤੁਸੀਂ ਸਰ ਸਰਵੇ ਕਰੋ ਇਲਾਕੇ 'ਚ ਜਾ ਕੇ, ਲੋਕਾਂ ਦੇ ਮਕਾਨ ਡਿੱਗਣ ਦੇ ਨੇ, ਮੌਕੇ ਤੇ ਰੇਟ 4000 ਰੁਪਏ ਗਜ, ਇਹਨਾਂ ਦਾ ਰੇਟ 5500 ਰੁਪਏ ਗਜ। ਦੇਖੋ ਜੀ ਕੀ ਕਰੀ। ਸਰਕਾਰੀ ਰੇਟ ਜ਼ਿਆਦਾ ਪ੍ਰਾਈਵੇਟ ਨਾਲੋਂ ਹੱਦ ਤੋਂ ਵੱਧ ਜ਼ਿਆਦਾ ਹੋ ਗਿਆ ਜੀ, ਕਈ ਜਗ੍ਹਾ ਤੇ 200 ਗੁਣਾ ਵਧਾਤੇ ਰੇਟ। 200 ਗੁਣਾ ਤੇ ਬੋਝ ਕਿਹਦੇ ਤੇ? 300 ਗੁਣਾ ਤੇ ਬੋਝ ਕਿਹਦੇ ਤੇ ਪਏਗਾ? 1200 ਰੁਪਏ ਗਜ ਦਾ ਸਰਕਾਰੀ ਰੇਟ ਸੀ ਜਿਹੜਾ ਅੱਜ 4500 ਰੁਪਏ ਗਜ ਹੋ ਗਿਆ। 1500 ਰੁਪਏ ਗਜ ਦਾ ਰੇਟ ਸੀ 3000 ਰੁਪਏ ਗਜ ਕਰਤਾ। ਇੱਕ ਹੋਰ ਸਭ ਤੋਂ ਵੱਡੀ ਗੱਲ ਹੈ, ਇਹਨਾਂ ਦੀ ਜਿਹੜੀ ਆਨਲਾਈਨ ਅਪਾਇੰਟਮੈਂਟ ਲਿੱਤੀ ਜਾਂਦੀ ਹੈ, ਇਹਦੇ 'ਚ ਕਈ ਡਾਕੂਮੈਂਟ ਜਿਹੜੇ ਇਹ 'ਚ ਹੈ ਹੀ ਨਹੀਂ, ਜਿਨ੍ਹਾਂ 'ਚ ਪਾਰਟੀਸ਼ਨ ਹੈ। ਇੱਕ ਸਭ ਤੋਂ ਮਜ਼ੇਦਾਰ ਤੁਹਾਨੂੰ ਦੱਸਦਾ ਸਰਕਾਰ ਕਿੱਦਾਂ ਲੁੱਟ ਰਹੀ ਹੈ ਵੀ ਇੱਕ ਗਿਫਟ ਡੀਡ ਹੈ। ਗਿਫਟ ਡੀਡ ਦਾ ਮਤਲਬ ਹੁੰਦਾ ਹੈ ਵੀ ਜਿਹੜਾ ਫ੍ਰੀ ਕਿਸੇ ਨੂੰ ਦਾਨ ਦਿੰਦਾ ਉਹਦੇ ਤੇ ਰਜਿਸਟ੍ਰੇਸ਼ਨ ਫੀਸ 1% ਹੈ। ਐਕਚੁਅਲੀ ਹੈਰਾਨਗੀ ਦੀ ਗੱਲ ਹੈ ਕਿਉਂਕਿ ਤੇ ਸਟੈਂਪ ਡਿਊਟੀ ਸੇਲ ਡੀਡ ਦੇ ਬਰਾਬਰ ਹੈ। ਇਹਨਾਂ ਨੇ ਉੱਤੇ ਰਜਿਸਟ੍ਰੇਸ਼ਨ ਫੀਸ ਵੀ ਮਤਲਬ ਉਹ ਸੇਲ ਡੀਡ ਵਾਂਗੂ ਲੈਣੀ ਸ਼ੁਰੂ ਕਰਤੀ ਹੈ। ਜਿਹੜੇ ਪਿਛਲੇ 5-7 ਸਾਲ ਤੋਂ 1% ਸੀ। ਪਤਾ ਨਹੀਂ ਲੱਖਾਂ ਕਰੋੜਾਂ ਰੁਪਈਆ ਨਜਾਇਜ਼ ਸਰਕਾਰ ਨੇ ਵਸੂਲ ਕਰ ਲਿਆ। ਅਫਸਰ ਕਿਸੇ ਨੂੰ ਉੱਤੇ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ ਵੀ ਗਿਫਟ ਡੀਡ ਤੇ 1% ਫੀਸ ਹੈ। ਇਹਨੂੰ ਕਲੈਰੀਫਾਈ ਨਹੀਂ ਤੱਕ ਨਹੀਂ ਕਰਨ ਦੇ, ਸਮਝ ਕਿ ਨਹੀਂ। ਫਿਰ ਇੱਕ ਗੱਲ ਹੋਰ ਹੈ, ਇੱਥੇ ਅਪਾਇੰਟਮੈਂਟਾਂ ਲੈਣੀਆਂ ਪੈਂਦੀਆਂ ਵਕੀਲ ਸਾਹਿਬ ਨੂੰ, ਵਸੀਕਾਂ ਨੂੰ, ਸਾਨੂੰ ਜਾਂ ਕਿਸੇ ਨੂੰ ਲੈਣੀਆਂ ਪੈਂਦੀਆਂ। ਕਈ ਵਾਰੀ ਅਪਾਇੰਟਮੈਂਟ ਸਿਸਟਮ ਦੇ ਵਿੱਚ ਕੋਈ ਖਰਾਬੀ ਆਉਣ ਕਰਕੇ ਨਾ ਉਹ ਬ੍ਰੇਕ ਹੋ ਜਾਂਦੀ ਹੈ। ਉਹ ਕਈ ਵਾਰੀ ਹੁੰਦਾ ਹੈ ਵੀ ਫੀਸ ਗਈ ਹੁੰਦੀ ਹੈ, ਚੁੱਕਦੀ ਨਹੀਂ ਤੇ ਦੁਬਾਰਾ ਫੀਸ ਚੱਲ ਜਾਂਦੀ ਹੈ ਤੇ ਇਹ ਫੀਸ ਵੀ ਰਿਫੰਡ ਨਹੀਂ ਕਰਦੇ। ਫੀਸ ਵੀ ਰਿਫੰਡ ਨਹੀਂ ਹੁੰਦੀ, ਨਹੀਂ ਕਰਦੇ ਆਪਣੇ ਆਪ। ਜਦ ਕਿ ਰੇਲਵੇ ਦੇ ਵਿੱਚ ਸਿਸਟਮ ਇਹੋ ਜਿਹਾ ਹੈਗਾ, ਅਗਰ ਕਿਸੇ ਦੀ ਟਿਕਟ ਬੁੱਕ ਹੋਈ ਹੋਵੇ ਮਤਲਬ ਰਿਜ਼ਰਵੇਸ਼ਨ 'ਚ ਹੋਵੇ, ਨਹੀਂ ਕਨਫਰਮ ਹੋਵੇ, ਪੈਸੇ ਆਪਣੇ ਆਪ ਰਿਫੰਡ ਹੁੰਦੇ ਆ। ਇੱਥੇ ਕਹਿ ਕੇ ਵੀ ਰਿਫੰਡ ਨਹੀਂ ਹੋਣਦੇ ਚੱਜ ਨਾਲ। ਲੋਕਾਂ ਦੇ ਨਜਾਇਜ਼ ਪੈਸੇ ਉਹਨਾਂ ਨੇ ਅਪਾਇੰਟਮੈਂਟਾਂ ਦੇ ਲਿੱਤੇ ਹੋਏ ਜਿਹੜੇ ਰਿਫੰਡ ਹੀ ਨਹੀਂ ਕਰ ਰਹੇ। ਮੇਰੇ ਹੀ ਘੱਟ ਤੋਂ ਘੱਟ ਮੈਂ ਲਿਸਟ ਬਣਾਈ ਆ ਤੇ ਮੇਰੇ ਘੱਟ ਤੋਂ ਘੱਟ 25-30 ਇਹੋ ਜਿਹੀਆਂ ਨਜਾਇਜ਼ ਫੀਸਾਂ ਜਾ ਚੁੱਕੀਆਂ ਜਿਹੜੀਆਂ ਮੈਂ ਰਿਫੰਡ ਵਾਲੇ ਕਲੇਮ ਕਰਨ ਜਾ ਰਿਹਾ, ਜਦ ਕਿ ਲੋਕਾਂ ਨੂੰ ਮਿਲਦੇ ਨਹੀਂ ਪਏ। ਮੈਂ ਵੀ ਦੇਖਣਾ ਮਿਲਦੇ ਕਿ ਨਹੀਂ ਮਿਲਦੇ। ਇਹ ਤੁਸੀਂ ਆਪਣੇ ਇਕੱਲੇ ਦੀ ਗੱਲ ਕਰ ਰਹੇ ਹੋ ਤੇ ਜਿਹੜੇ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਕਿੰਨਾ ਵੱਡੇ ਫਿਗਰ ਹੋ ਸਕਦੀ ਹੈ? ਬਹੁਤ ਲੱਖਾਂ 'ਚ ਹੋ ਸਕਦੀ ਹੈ, ਕਰੋੜਾਂ 'ਚ ਹੋ ਸਕਦੀ, ਲੱਖਾਂ 'ਚ ਹੋ ਸਕਦੀ। ਆਪਣੇ ਆਪ ਦਾ ਫਰਜ਼ ਬਣਦਾ ਹੈ ਵੀ ਜੇ ਕਿਸੇ ਇੱਕ ਡਾਕੂਮੈਂਟ ਦਾ ਸੇਮ ਮਤਲਬ ਅਪਾਇੰਟਮੈਂਟ ਦਾ ਰੈਫਰੈਂਸ ਹੈਗਾ, ਉਹਦੇ ਤੇ 2 ਫੀਸਾਂ ਗਈਆਂ, ਆਪਣੇ ਆਪ ਰਿਫੰਡ ਕਰਨ। ਇਹ ਕਰਦੇ ਹੀ ਨਹੀਂ, ਆਪਣੇ ਕੋਲ ਜਮ੍ਹਾਂ ਕਰਕੇ ਰੱਖਦੇ ਆ। ਕਾਰਨ ਕੀ ਇਹਦੇ 'ਚ ਜਿਹੜੇ ਬੈਠੇ ਅਫਸਰ ਹੈਗੇ ਉਹਨਾਂ ਨੂੰ ਮਿਹਨਤ ਕਰਨੀ ਪਏਗੀ, ਉਹਨਾਂ ਨੂੰ ਥੋੜੀ ਦਿਮਾਗੀ ਕਸਰਤ ਕਰਨੀ ਪਏਗੀ। ਕਿਸ ਦੀ ਪੇਮੈਂਟ ਹੈ, ਕਿਸ ਨੂੰ ਵਾਪਸ ਕਰਨੀ ਪਏਗੀ। ਇਹ ਗਵਰਨ ਕਰਨਾ ਚਾਹੁੰਦੇ, ਹੜਪ ਕਰਨਾ ਚਾਹੁੰਦੇ ਲੋਕਾਂ ਦੇ ਪੈਸੇ। ਬਲੌਕ ਹੋ ਜਾਂਦੀ ਹੈ, ਕੰਪਨੀ ਦੁਬਾਰਾ ਜਮ੍ਹਾਂ ਕਰਾਉਣੀ ਪੈਂਦੀ ਹੈ। ਫੀਸ ਬਲੌਕ ਹੋ ਗਈ, ਦੁਬਾਰਾ ਜਮ੍ਹਾਂ ਨਹੀਂ, ਜਿਹੜੀ ਬਲੌਕ ਹੋਈ ਉਹ ਫੀਸ ਵਾਪਸ ਨਹੀਂ ਆਉਂਦੀ। ਉਹ ਫੀਸ ਵਾਪਸ ਨਹੀਂ ਆਉਂਦੀ ਤਾਂ ਉਸ ਦੀ ਜਵਾਬਦੇਹੀ ਵੀ ਕਿਸੇ ਦੀ ਨਹੀਂ ਹੁੰਦੀ। ਕੋਈ ਨਹੀਂ, ਕੋਈ ਸਰਕਾਰ ਨਹੀਂ ਪੁੱਛਦੇ ਪਈ, ਕੋਈ ਅਫਸਰ ਨਹੀਂ ਪੁੱਛ ਰਿਹਾ। ਰੇਲਵੇ ਦੇ ਵਿੱਚ ਕੋਈ ਕਿਸੇ ਦੀ ਹਾਲੇ ਟਿਕਟ ਕਨਫਰਮ ਨਾ ਹੋਈ ਹੋਵੇ ਨਾ, ਮਤਲਬ ਵੇਟਿੰਗ 'ਚ ਹੋਵੇ ਨਾ, ਆਪਣੇ ਆਪ ਪੈਸੇ ਵਾਪਸ ਆ ਆਪਣੇ ਜਾਂਦੇ। ਆਪ ਪੈਸੇ ਵਾਪਸ ਆ ਜਾਂਦੇ ਆ। ਇੱਥੇ ਇੱਕੋ ਡਾਕੂਮੈਂਟ ਦੀ ਅਪਾਇੰਟਮੈਂਟ ਪਾ ਰਹੇ ਆ, ਰੈਫਰੈਂਸ ਨੰਬਰ ਇੱਕੋ ਹੀ ਆ ਤੇ 2 ਫੀਸਾਂ ਗਈ ਦੀਆਂ, ਚੁੱਪ ਕਰਕੇ ਬੈਠੇ ਆ। ਇਹ ਨਹੀਂ ਵੀ ਤੂੰ ਆਪਣੇ ਆਪ ਵਾਪਸ ਕਰ ਦਿਓ, ਕਰਦੇ ਹੀ ਨਹੀਂ। ਇਹ ਜਾਣਵੇ ਦਾ ਮਤਲਬ ਇਹਦਾ ਦਿਲ 'ਚ ਬੇਈਮਾਨੀ ਆ। ਇਹੋ ਹੀ ਆ ਵੀ ਆ ਸਰਕਾਰ ਨੇ ਬੇੜਾ ਗਰਕ ਕਰਤਾ ਵਾ ਲੋਕਾਂ ਦਾ, ਜੋ ਹੈਗਾ ਵਾ ਬਹੁਤ ਹੀ ਬੇੜਾ ਗਰਕ ਆ। ਸਾਰੀ ਰੋਟੀ ਰੋਜੀ ਦਾ ਜੋ ਕੁਛ ਹੈ ਖਤਮ ਕਰਤੀ ਆ ਲੋਕਾਂ ਇੱਕ ਦੀ। ਪ੍ਰਾਪਰਟੀ ਜਿਹੜੀ ਹੁੰਦੀ ਹੈ, ਪ੍ਰਾਪਰਟੀ ਦਾ ਵਪਾਰ ਜਿਹੜਾ ਹੁੰਦਾ ਇਹ ਬਹੁਤ ਵੱਡਾ ਵਪਾਰ ਹੁੰਦਾ, ਇਹਦੇ ਨਾਲ ਕਈ ਘਰ ਜੁੜੇ ਹੁੰਦੇ ਜੇ। ਦੂਸਰੀ ਚੀਜ਼ ਗੱਲ ਕਰੀਏ ਬੇਰੁਜ਼ਗਾਰੀ ਹਟਾਉਣ ਦੇ ਵਿੱਚ ਪ੍ਰਾਪਰਟੀ, ਐਗਰੀਕਲਚਰ
ਤੇ ਦੂਸਰਾ ਟੂਰਿਜ਼ਮ ਬਹੁਤ ਵੱਡਾ ਯੋਗਦਾਨ ਦਿੰਦਾ ਹੈ। ਤੇ ਜੇ ਪ੍ਰਾਪਰਟੀ ਦੀ ਹੀ ਗਿੱਚੀ ਘੋਟ ਦਿੱਤੀ ਜਾਵੇ ਤੇ ਬੇਰੁਜ਼ਗਾਰੀ ਕਿਸ ਤਰ੍ਹਾਂ ਹਟਾਏਗੀ ਸਰਕਾਰ? ਬੇਰੁਜ਼ਗਾਰੀ ਵਧੇਗੀ, ਘਟੇਗੀ ਨਹੀਂ, ਇਹ ਜ਼ਿਆਦਾ ਵਧੇਗੀ। ਇਸ ਕਰਕੇ ਲੋਕਾਂ ਕੋਲ ਕੋਈ ਕੰਮ ਕਾਰੋਬਾਰ ਨਹੀਂ ਹੈਗਾ। ਜੋ ਇੱਥੇ ਦੇਖ ਲਓ, ਤੁਸੀਂ ਦੇਖ ਸਕਦੇ ਹੋ ਕੀ ਹਾਲ ਹੋ ਰਿਹਾ ਵਾ। ਗਰਮੀ 'ਚ ਬੈਠੇ ਆ ਕੋਲੋਨਾਈਜ਼ਰ ਪ੍ਰੋਪਰਟੀ ਡੀਲਰ, ਇੱਕ ਪਲਾਟ ਬਣਾਉਣ ਦੇ ਨਾਲ ਕਿੰਨਾ ਕੁ ਰੋਜ਼ਗਾਰ ਮਿਲਦਾ ਵਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ। ਮਜ਼ਦੂਰ ਤੋਂ ਲੈ ਕੇ ਉਤਾਂ ਤੱਕ ਕਿੰਨਾ ਰੋਜ਼ਗਾਰ ਹੈ, ਕਿੰਨਾ ਰੁਪਈਆ ਮਾਰਕੀਟ ਜਾਂਦਾ ਵਾ, ਆਂਦਾ ਨਹੀਂ ਆਂਦਾ। ਇਸ ਕਰਕੇ ਇਹ ਸਰਕਾਰ ਫੇਲ ਹੈ। ਆਮ ਆਦਮੀ ਹੈਰਾਨੀ ਦੀ ਗੱਲ ਹੈ, ਜਿਹੜੇ ਐਮਐਲਏ ਸਾਹਿਬ ਚੁਣੇ ਗਏ ਨੇ ਉਹਨਾਂ ਦਾ ਵੀ ਫਰਜ਼ ਬਣਦਾ। ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ। ਘੱਟ ਤੋਂ ਘੱਟ ਉਹੀ ਆਵਾਜ਼ ਤੇ ਪਹੁੰਚਾਣ। ਉਹ ਵੀ ਚੁੱਪ ਕਰਕੇ ਮੌਨ ਵਰਤ ਰੱਖ ਕੇ ਬੈਠੇ ਦੇ ਨੇ। ਕਾਹਦੇ ਪ੍ਰਤੀਨਿਧੀ ਬਣ ਕੇ ਬੈਠੇ, ਲੋਕਾਂ ਦੀ ਆਵਾਜ਼ ਨਹੀਂ ਤਾਂ ਲੈ ਕੇ ਜਾਂਦੇ। ਇਹੋ ਜਿਹੇ ਐਮਐਲਏ ਮਤਲਬ ਲੋਕਾਂ ਨੇ ਫਿਰ ਵਿਰੋਧ ਹੀ ਕਰਨਾ। ਸਰਕਾਰ ਤੇ ਸਲਾਹਕਾਰ ਬਣੇ ਨੇ। ਸਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਕਵਰ ਕਰਨ ਵਾਸਤੇ ਇਹ ਸਾਰੇ ਭਰਾਵਾਂ ਨੂੰ ਇੱਥੇ ਆਏ ਹੋ। ਦੂਸਰੀ ਗੱਲ ਇਹ ਹੈਗੀ ਆ ਕਿ ਮੇਰੇ ਵਰਗੇ ਹਜ਼ਾਰਾਂ ਲੋਕ ਰੋਜ਼ਾਨਾ ਕਚਹਿਰੀ ਦੇ ਵਿੱਚ ਆਉਂਦੇ ਨੇ, ਕੋਰਟ ਦੇ ਵਿੱਚ ਆਉਂਦੇ ਨੇ। ਬਜ਼ੁਰਗ ਕਿਹਾ ਕਰਦੇ ਸਨ ਕਿ ਬੇਟਾ ਹਸਪਤਾਲ ਤੇ ਕਚਹਿਰੀ ਦਾ ਵੈਰੀ ਦੁਸ਼ਮਣ ਨੂੰ ਕੋਈ ਚੱਕਰ ਨਾ ਪਾਵੇ। ਪਰ ਸਿਸਟਮ ਦੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਉਹਨਾਂ ਦੀਆਂ ਗੱਲਾਂ ਬਿਲਕੁਲ ਸਹੀ ਨੇ। ਪਰ ਸਾਨੂੰ ਕੰਮ ਕਰਾਉਣ ਵਾਸਤੇ ਆਉਣਾ ਪੈਂਦਾ ਹੈ, ਕਿਉਂਕਿ ਇੱਕ ਆਮ ਇਹ ਜ਼ਿੰਦਗੀ ਹੈ, ਆਮ ਅਸੀਂ ਇਨਸਾਨ ਹੈ। ਇਸ ਰੋਜ਼ਮਰਾ ਕੰਮ ਦੇ ਵਿੱਚੋਂ ਕੀ ਕੰਮ ਕਰਵਾਉਣ ਤੁਸੀਂ ਆ ਰਹੇ ਹੋ ਕਚਹਿਰੀ? ਮੈਂ ਅਸੀਂ ਕੋਰਟ ਦੇ ਵਿੱਚ ਰਜਿਸਟਰੀ ਸੀ, ਉਹਦੇ ਕੁਝ ਕਾਗਜ਼ ਡਾਕੂਮੈਂਟ ਲੈਣ ਵਾਸਤੇ ਆਏ ਸੀ ਅੱਜ। ਹੁਣ ਮੇਰਾ ਤਾਂ ਚਲੋ 150-200 ਰੁਪਇਆ ਖਰਚਾ ਹੋਊਗਾ, ਮੈਂ ਚਲੇ ਜਾਊਂਗਾ ਵਾਪਸ। ਲੇਕਿਨ ਕਈਆਂ ਦੀਆਂ ਅੱਜ ਰਜਿਸਟਰੀਆਂ ਭੁਗਤਣੀਆਂ ਸਨ, ਕਈਆਂ ਦੇ ਹੋਰ ਕੋਈ ਕੋਰਟ ਦੇ ਕੰਮ ਸਨ, ਉਹ ਵਿਅਰਥ ਚਲੇ ਗਿਆ ਅੱਜ ਦਿਨ। ਅਜੇ ਵੀ ਪਤਾ ਨਹੀਂ ਇਹ 10 ਦਿਨ ਤੱਕ ਧਰਨਾ ਚੱਲੂਗਾ, ਕਦੋਂ ਤੱਕ ਚੱਲੂਗਾ। ਇਹ ਜਿਹੜੇ ਵੀ ਐਸੋਸੀਏਸ਼ਨ ਦੇ ਇੱਥੋਂ ਦੇ ਪ੍ਰਧਾਨ ਨੇ, ਮੈਂ ਨਹੀਂ ਜਾਣਦਾ, ਲੇਕਿਨ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਮੈਂਬਰ ਨਾ ਲੈ ਕੇ ਜਾਓ, ਸਿਰਫ 5 ਮੈਂਬਰ ਲੈ ਕੇ ਜਾਓ। ਉਹਨਾਂ ਕੋਲ ਜਾਓ ਜਾਂ ਉਹਨਾਂ ਨੂੰ ਇੱਥੇ ਬੁਲਾਓ, ਉਹਨੂੰ ਆਖੋ ਸਰਦਾਰ ਜੀ ਸਾਡਾ ਆਹ ਮਸਲਾ ਹੈ। ਕਾਹਦੀ ਐਨਓਸੀ ਮੈਨੂੰ ਪਹਿਲਾਂ ਦੱਸੋ। ਮੈਂ ਜ਼ਮੀਨ ਦਾ ਮਾਲਕ ਹਾਂ, ਜ਼ਮੀਨ ਨਿੱਧਰੀ ਆ ਬਿਲਕੁਲ, ਉੱਥੇ ਕੋਈ ਇਲੈਕਟ੍ਰੀਕਲ ਦਾ ਮੀਟਰ ਨਹੀਂ ਲੱਗਾ, ਕੋਈ ਕੁਝ ਨਹੀਂ ਆ। ਅਜੇ ਇੱਕ ਆਮ ਹੈ, ਮੈਂ ਪ੍ਰਾਪਰਟੀ ਖਰੀਦੀ, ਮੈਂ ਸੇਲ ਕਰਨੀ ਹੈ, ਮੈਂ ਇਹਨਾਂ ਨੂੰ ਸੇਲ ਕਰ ਰਿਹਾ ਜਾਂ ਤੁਹਾਨੂੰ ਸੇਲ ਕਰ ਰਿਹਾ। ਕਾਹਦੀ ਐਨਓਸੀ, ਕੀ ਮਤਲਬ ਹੈ? ਸਰਕਾਰ ਦੱਸੇਗੀ। ਨਹੀਂ, ਇੱਕ ਮੈਂ ਗੱਲ ਕਰ ਰਿਹਾ, ਕਾਹਦੀ ਐਨਓਸੀ? ਅੱਛਾ ਇੱਕ ਮਿੰਟ, ਜੇ ਤੁਸੀਂ ਐਨਓਸੀ ਲਾਉਣੀ ਆ ਤੇ ਤੁਸੀਂ ਗੱਜ ਦੇ ਹਿਸਾਬ ਨਾਲ ਕੋਈ 5 ਰੁਪਏ, ਕੋਈ 10 ਰੁਪਏ ਗੱਜ ਦੇ ਹਿਸਾਬ ਦੇ ਨਾਲ ਤੁਸੀਂ ਲਓ। ਜਿਹਦਾ 100 ਗੱਜ ਪਲਾਟ ਹੈ ਜਾਂ 50 ਗੱਜ ਹੈ ਤੇ 300 ਗੱਜ ਆ। ਹੁਣ ਤੁਸੀਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਫੀਸ ਕਰ ਦਿੱਤੀ। ਪਹਿਲਾਂ ਪ੍ਰਾਪਰਟੀ ਵੇਚਣ ਤੋਂ ਪਹਿਲਾਂ ਆਪਦੇ ਮਾਂ ਦੀਆਂ ਵਾਲੀਆਂ ਵੇਚੂਗਾ, ਆਪਦੇ ਘਰ ਦੀਆਂ ਵਾਲੀਆਂ ਵੇਚੂਗਾ ਕਿ ਉਹਦੀ ਐਨਓਸੀ ਲਊਗਾ? ਉਹ ਯਾਰ ਸਾਡੇ 'ਚ ਏਕਾ ਹੀ ਨਹੀਂ ਹੈਗਾ। ਸਰਕਾਰ ਮਾੜੀ ਨਹੀਂ ਗਈ। ਬਜ਼ੁਰਗ ਕਹਿੰਦੇ ਹੁੰਦੇ ਸੀ ਪੁੱਤ ਜਦੋਂ ਤੱਕ ਗੱਲ ਦੇ ਵਿੱਚ ਗੂਠ ਨਾ ਦੇਈਏ ਉਦੋਂ ਤੱਕ ਗੱਲ ਨਹੀਂ ਬਣਦੀ। ਚਲੋ ਮੇਰੇ ਨਾਲ ਇਹ 10 ਦਿਨ ਦੀ ਗੱਲ ਕਰਦੇ ਆ, ਮੈਂ ਦੇਣਾ ਘਰ ਦਾ ਸਾਰਾ ਰਾਸ਼ਨ, ਮੈਂ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਕਰਦਾ, ਮੈਂ ਗੱਡੀਆਂ ਦਾ ਪ੍ਰਬੰਧ ਕਰਦਾ, ਮੈਂ ਪੈਸੇ ਦਾ ਅਰੇਂਜਮੈਂਟ ਕਰਦਾ। ਬੋਲੋ ਚੰਡੀਗੜ੍ਹ ਭਗਵੰਤ ਮਾਨ ਦੇ ਕੋਲ ਚਲੀਏ। ਇੱਥੇ ਜਿਹੜੇ ਪ੍ਰਧਾਨ ਨੇ, ਮੈਂ ਭਾਵੇਂ ਉਹਨਾਂ ਨੂੰ ਨਹੀਂ ਜਾਣਦਾ। ਪ੍ਰੋਟੈਸਟ ਸਿਰਫ ਅੰਮ੍ਰਿਤਸਰ ਨਹੀਂ ਹੋ ਰਿਹਾ, ਪੂਰੇ ਪੰਜਾਬ 'ਚ ਹੋ ਪੂਰੇ ਰਿਹਾ। ਪੰਜਾਬ ਦੀ ਐਸੋਸੀਏਸ਼ਨ ਜਾਵੇ, ਅਸੀਂ ਨਾਲ ਜਾਵਾਂਗੇ। ਜੇ ਅਸੀਂ ਕਿਸਾਨੀ ਅੰਦੋਲਨ ਲਾ ਕੇ 13 ਮਹੀਨੇ ਅਸੀਂ ਸਰਕਾਰ ਤੋਂ ਮੰਗਾਂ ਮਨਵਾਈਆਂ ਨੇ, ਇਹ ਕਿਉਂ ਨਹੀਂ ਕੰਮ ਹੋ ਸਕਦਾ ਸਰਦਾਰ ਜੀ? ਔਰ ਦੂਸਰੀ ਗੱਲ ਹੈਗੀ ਆ, ਇੱਥੇ ਅੰਨੀ ਪੀਵੇ ਤੇ ਕੁੱਤਾ ਚੱਟੇ, ਛੋਟੇ ਅਫੀਸਰ ਤੋਂ ਲੈ ਕੇ ਵੱਡੇ ਅਫੀਸਰ ਤੱਕ ਸਭ ਮਿਲੀ ਭੁਗਤਿਆ, ਸਭ ਪੈਸਾ ਖਾਂਦੇ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ। ਇਹ ਤਹਿਸੀਲਦਾਰ ਸਾਹਿਬ, ਐਸਡੀਐਮ ਸਾਹਿਬ, ਜਿਹੜੇ ਵੱਡੇ ਵੱਡੇ ਅਧਿਕਾਰੀ ਆ, 5 ਸਟਾਰ ਹੋਟਲਾਂ ਦੇ ਵਿੱਚ ਇਹਨਾਂ ਦੀਆਂ ਪਾਰਟੀਆਂ ਹੁੰਦੀਆਂ ਨੇ, ਇਹਨਾਂ ਦੇ ਬੱਚੇ ਪੜ੍ਹਦੇ ਨੇ ਵੱਡੇ ਵੱਡੇ ਸਕੂਲਾਂ ਦੇ ਵਿੱਚ। ਉਹ ਮਰਦਾ ਗਰੀਬ, ਇੱਕ ਦਿਹਾੜੀ ਜਿਹੜੀ 400 ਰੁਪਈਆ ਉਹਨੂੰ ਮਿਲਦੀ ਆ, ਉਹਦੇ ਘਰ ਦਾ ਚੁੱਲ੍ਹਾ ਨਹੀਂ ਜਲਦਾ। ਉਹ ਇਹਨਾਂ ਦੇ ਘਰਾਂ ਦੇ ਵਿੱਚ ਏਸੀ, ਇਹਨਾਂ ਦੇ ਆਫਿਸ ਦੇ ਵਿੱਚ ਏਸੀ, ਇਹਨਾਂ ਦੇ ਨਾਲ 4-4 5-5 ਗਨਮੈਨ। ਇਹ ਤਾਂ ਆਏ ਨੇ ਰੱਬ ਨੂੰ ਪਤਾ ਨਹੀਂ ਕੀ ਲਿਖਵਾ ਕੇ ਆਏ ਨੇ ਕਿ ਹਾਂ ਇਹ ਠੇਠਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਪਬਲਿਕ ਵੇਖੋ, ਪਬਲਿਕ ਵੇਖੋ, ਇਹ ਰੁਲਣ ਡਈ ਆ ਕਚਹਿਰੀਆਂ ਦੇ ਵਿੱਚ, ਹਰ ਜਗ੍ਹਾ ਤੇ ਰੁਲਣ ਡਈ ਆ। ਮੈਂ ਮੰਨਦਾ 75 ਸਾਲਾਂ ਦੇ ਵਿੱਚ ਉਹਨਾਂ ਬੇਵਕੂਫਾਂ ਨੇ ਜਿਹੜੇ ਇੱਥੋਂ ਲੈ ਗਏ ਨੇ ਗੱਦੀ ਤੋਂ, ਉਹਨਾਂ ਨੇ ਕੁਝ ਨਹੀਂ ਕੀਤਾ। ਜੇ ਉਹਨਾਂ ਨੇ ਕੁਝ ਕੀਤਾ ਹੁੰਦਾ ਨਾ ਤੇ ਅੱਜ ਆ ਸਾਨੂੰ ਦਿਨ ਨਾ ਦੇਖਣੇ ਪੈਂਦੇ। ਮੈਂ ਕਿਸੇ ਪਾਰਟੀ ਦੀ ਪਰ ਹੁਣ ਤੇ ਬਦਲਾਅ ਹੋ ਗਿਆ ਨਾ, ਹੁਣ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ। ਬਦਲਾਅ ਹੋ ਗਿਆ, ਮੈਂ ਮੰਨਦਾ ਬਦਲਾਅ ਹੋ ਗਿਆ, ਲੋਕਾਂ ਨੇ ਬਦਲਾਅ ਲਿਆਂਦਾ ਹੈ, ਬਹੁਤ ਵੱਡਾ ਬਦਲਾਅ ਲਿਆਂਦਾ। ਹਾਂ, ਲੇਕਿਨ 2012 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਾਂਦਾ ਜਾਂਦਾ ਪ੍ਰਾਪਰਟੀ ਦਾ ਟੈਕਸ ਲਾ ਗਿਆ। ਦੂਸਰੀ ਗੱਲ ਇਹ ਹੈਗੀ ਆ, ਮੈਂ ਮੰਨਦਾ 4 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਆਮ ਆਦਮੀ ਪਾਰਟੀ ਦੀ 4 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਸਾਲ ਦਾ ਮੌਕਾ ਦੇਣਾ ਚਾਹੀਦਾ ਹੈ। ਪਰ ਆ ਜਿਹੜੇ ਮਸਲੇ ਨੇ ਜਿੱਥੇ ਹੁਣ ਅਸੀਂ ਰੋਜ਼ਾਨਾ ਖੱਜਲ ਖਰਾਬ ਹੋਣ ਡਿਆ, ਜਿਹਦਾ ਬਾਊ ਜੀ ਨੇ ਪਹਿਲਾਂ ਦੱਸਿਆ, ਸਾਰਾ ਵਿਸਤਾਰ ਨਾਲ ਦੱਸਿਆ, ਕਹਾਣੀ ਉੱਥੋਂ ਹੀ ਸ਼ੁਰੂ ਹੁੰਦੀ ਆ, ਉੱਥੇ ਹੀ ਆ ਕੇ ਖਤਮ ਹੁੰਦੀ ਆ। ਕੋਈ ਚੇਂਜ ਨਹੀਂ ਹੋਇਆ ਸਰਦਾਰ ਜੀ, ਬਿਲਕੁਲ ਕੋਈ ਚੇਂਜ ਨਹੀਂ ਹੋਇਆ। ਚੇਂਜ ਲਿਆਉਣਾ ਪਊਗਾ, ਦੱਬਣਾ ਪਊਗਾ, ਇਹਨਾਂ ਦਾ ਗਲਾ ਦੱਬਣਾ ਪਊਗਾ, ਛਾਤੀ ਤੇ ਪੈਰ ਧਰਨਾ ਪਊਗਾ।
ਤਦ ਜਾ ਕੇ ਗੱਲਾਂ ਹੋਣਗੀਆਂ। ਮੈਂ ਆ ਜੱਟ, ਮੈਂ ਜ਼ਿਮੀਂਦਾਰ ਦਾ ਪੁੱਤ ਆ, ਮੈਂ ਭਾਵੇਂ ਕਿਸੇ ਬਿਜ਼ਨਸ ਨਾਲ ਜੁੜਿਆ ਹਾਂ, ਸਭ ਤੋਂ ਪਹਿਲਾਂ ਮੈਂ ਖੇਤੀਬਾੜੀ ਕਰਦਾ, ਉਹ ਮੇਰਾ ਧੰਦਾ ਹੈ, ਉਹ ਮੇਰੀ ਮਾਤਰ ਭੂਮੀ ਆ ਜਿਹਦੇ ਨਾਲ ਮੈਂ ਜੁੜਿਆ ਹੋਇਆ। ਦੂਸਰੀ ਗੱਲ, ਜੇ ਸਿੱਧੀ ਉਂਗਲ ਨਾਲ ਘਿਓ ਨਾ ਨਿਕਲੇ ਤਾਂ ਟੇਢੀ ਜ਼ਰੂਰ ਕਰਨੀ ਪੈਂਦੀ ਆ। ਜੇ ਅਸੀਂ ਪਿਆਰ ਨਾਲ ਸਮਝਾਉਣਾ ਜਾਣਦੇ ਆ ਤੇ ਸੰਨੀ ਦਿਓਲ ਦਾ 2.5 ਕਿਲੋ ਦਾ ਹੱਥ ਨਹੀਂ। ਮੈਂ ਸਾਰਿਆਂ ਨੇ ਸਮਰਥਨ ਦਿੱਤਾ, ਸਾਰਿਆਂ ਨੇ ਸਮਰਥਨ ਦਿੱਤਾ, ਤੁਸੀਂ ਵੀ ਸਮਰਥਨ ਦਿਓ ਇਹਨਾਂ ਨੂੰ। ਮੈਂ ਤੁਹਾਡੇ ਚੈਨਲ ਦੇ ਥਰੂ ਇਹ ਗੱਲ ਕਹਿਣਾ ਹੈ ਕਿ ਜੁਗਰਾਜ ਸਿੰਘ ਹੀਰੋ ਦਾ ਸੰਨੀ ਦਿਓਲ ਦਾ 2.5 ਕਿਲੋ ਦਾ ਹੱਥ ਨਹੀਂਗਾ, ਜੁਗਰਾਜ ਸਿੰਘ ਹੀਰੋ ਦਾ 3.5 ਕਿਲੋ ਦਾ ਹੱਥ ਆ। ਜੇ ਕਿਸੇ ਦੇ ਪੈ ਗਿਆ ਤੇ ਮਾਵਾਂ ਪੁੱਤ ਨਹੀਂ ਸੰਭਾਲਣਗੀਆਂ। ਅੱਜ ਮੈਨੂੰ ਕਿਸੇ ਦਾ ਡਰ ਨਹੀਂ ਨਾ, ਕਿਉਂਕਿ ਮੈਂ ਨਿਯਮ ਦੇ ਵਿੱਚ ਰਹਿਣਾ, ਬਿਲਕੁਲ ਸਿਸਟਮ ਨੂੰ ਫੋਲੋ ਕਰਦਾ। ਪਰ ਜੇ ਆ ਇਹਨਾਂ ਹਾਲ ਕੀਤਾ, ਐਦਾਂ ਹੀ ਲਗਾਤਾਰ ਧਰਨੇ ਚੱਲੇ ਤੇ ਆ ਜਾਏਗਾ ਫਿਰ ਉਹੀ ਦੌਰ, 11 ਜਾਣ ਬਰਾਤੀ ਤੇ ਵਾਅਦਿਆਂ ਨੂੰ ਫਿਰਨੀ ਹਾਕੀ। ਇਹਦੇ ਵਿੱਚ ਮੈਂ ਛਾਤੀ ਠੋਕ ਕੇ ਕਹਿਣਾ, ਸੀਨਾ ਚੌੜਾ ਕਰਕੇ ਕਹਿਣਾ, ਮੈਨੂੰ ਕਿਸੇ ਦਾ ਡਰ ਨਹੀਂ। ਮੈਂ ਸਾਰਿਆਂ ਭਰਾਵਾਂ ਦੇ ਨਾਲ ਆ, ਮੈਂ ਸਿਸਟਮ ਦੇ ਨਾਲ ਆ। ਪਰ ਸੁਧਰ ਜੋ। ਕੋਈ ਐਮਐਲਏ ਇੱਥੇ ਆਇਆ ਨਹੀਂ ਆਇਆ, ਕਿਉਂ ਆਏਗਾ? ਕਿਉਂਕਿ ਵੋਟਾਂ ਲੈ ਕੇ ਬਹਿ ਗਏ। ਹੁਣ ਉਹਨਾਂ ਨੂੰ ਦਰਦ ਨਹੀਂ ਹੈ ਸਾਡਾ ਮਹਿਸੂਸ ਹੁੰਦਾ, ਆਉਣਾ ਚਾਹੀਦਾ ਸੀ। ਮੈਂ ਇਹਨਾਂ ਨੂੰ ਕਹਿਣਾ, ਕਾਹਦੇ ਲਈ ਵੀ ਆ ਕਾਰੋਬਾਰ ਆਪਦੇ ਬੰਦ ਕੀਤੇ ਨੇ? ਕਾਰੋਬਾਰ ਖੋਲੋ, ਵਫਦ ਲੈ ਕੇ ਚੱਲੋ ਪੂਰੇ ਪੰਜਾਬ ਦਾ। ਨਹੀਂ ਗੱਲ ਸੁਣਦਾ ਤੇ ਫਿਰ ਖਿੱਚ ਲਓ ਐਮਐਲਏ ਹੈ। ਆੜੇ ਤਹਿਸੀਲਦਾਰ ਮੰਤਰੀ ਆ, ਮੈਂ ਆਪ ਸ਼ਬਦ ਨਹੀਂ ਬੋਲਦਾ ਕੋਈ ਵੀ, ਮੈਂ ਗੱਲ ਗੁੱਸੇ ਦੇ ਵਿੱਚ ਆਣ ਕੇ ਕਰਦਾ। ਦਰਦ ਭਰਿਆ ਇਹਨਾਂ ਸਾਰਿਆਂ ਦਾ। ਇਹਨਾਂ ਨੂੰ ਪੁੱਛੋ, ਇਹਨਾਂ ਮੰਤਰੀਆਂ ਸੰਤਰੀਆਂ ਨੂੰ ਪੁੱਛੋ, ਇਹਨਾਂ ਅਧਿਕਾਰੀਆਂ ਨੂੰ ਪੁੱਛੋ, ਜਿਹੜੇ ਅੱਜ ਇੱਥੇ ਆਏ ਨੇ ਭਰਾ ਲੋਕ, ਭੈਣਾਂ ਲੋਕ ਕਚਹਿਰੀ ਦੇ ਵਿੱਚ ਕੰਮ ਕਰਨ ਵਾਸਤੇ ਨਾ ਆਪਣੇ ਆਫਿਸ ਖੋਲ੍ਹੇ ਨੇ। ਅੱਜ ਇਹਨਾਂ ਨੂੰ ਕੋਈ ਪੈਸਾ ਮਿਲਿਆ? ਅੱਜ ਇਹਨਾਂ ਦੀ ਦਿਹਾੜੀ ਪਈ? ਸ਼ਾਮ ਨੂੰ ਕਿੱਥੋਂ ਜਾ ਕੇ ਆਪਦੇ ਪਰਿਵਾਰ ਨੂੰ ਪਕਾ ਕੇ ਖੋਣਗੇ? ਕੋਈ ਜੀ ਰਫਸ ਕਰਦਾ ਹੈ, ਕੋਈ ਵਿਚਾਰਾ ਸਟੈਂਪ ਲਾਉਣ ਦਾ ਕੰਮ ਕਰਦਾ ਹੈ, ਕੋਈ ਅਰਜੀ ਨਿਵੀਸ ਹੈ। ਤੇ ਸਰਦਾਰ ਜੀ ਇਹਨਾਂ ਦੀ ਤਾਂ 30 ਤਰੀਕ ਨੂੰ ਸੈਲਰੀ ਆ ਜਾਂਦੀ ਹੈ। ਤੁਸੀਂ ਜਿਸ ਤਰ੍ਹਾਂ ਕਿ ਬਾਕੀ ਨੇ ਵੀ ਸਮਰਥਨ ਦਿੱਤਾ, ਤੁਸੀਂ ਵੀ ਧਰਨੇ ਦੇ ਵਿੱਚ ਸਮਰਥਨ ਦਿਓ ਤਾਂ ਕਿ ਸਿਸਟਮ ਦੇ ਖਿਲਾਫ ਜੋ ਕਿ ਮੈਂ ਪਿੰਡਾਂ ਦੇ ਪਿੰਡ ਲਿਆ ਕੇ ਬਿਠਾ ਦੂੰਗਾ। ਗਲਤ ਸਿਸਟਮ ਦੇ ਖਿਲਾਫ ਤੁਸੀਂ ਵੀ ਕਦਮ ਚੁੱਕੋ। ਮੈਂ ਚੁੱਕਦਾ, ਮੈਂ ਅੱਜ ਆਣਾ, ਮੇਰੀ ਡਿਊਟੀ ਲਾਓ। ਬੋਲੋ, ਮੈਂ ਹੁਣੇ ਸਾਰਾ ਛੱਡ ਦੂੰਗਾ, ਸਭ ਕੁਝ ਛੱਡ ਦੂੰਗਾ, ਮੈਂ ਘਰ-ਬਾਰ ਛੱਡ ਦੂੰਗਾ। ਬੋਲੋ, ਮੈਂ ਇੱਕ ਫੋਨ ਕਰੂੰਗਾ, ਟਰਾਲੀਆਂ ਭਰ ਕੇ ਇੱਥੇ ਆ ਜਾਣਗੀਆਂ। ਤੁਸੀਂ ਮਿਲੋ, ਸਟੇਜ ਤੇ ਜਾ ਕੇ ਮਿਲੋ, ਉਹ ਤੇ ਵੇਟ ਕਰਦੇ ਪਏ ਆ। ਇਸ ਕਰਕੇ ਮੈਂ ਸਾਰਿਆਂ ਨੂੰ, ਮੈਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ ਹਾਂ ਕਿ ਪੁਰਾਣਾ ਸਿਸਟਮ ਨਾ ਕਿਤੇ ਦਰਾ ਦਿਓ। ਵੇਖਿਓ ਕਿਤੇ ਬੜਾ ਪੰਜਾਬ ਨੇ ਸੰਤਾਪ ਭੋਗਿਆ ਹੈ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਜੇ ਉਹੋ ਹੀ ਮੁੱਖ ਧਾਰਾ ਦੇ ਵਿੱਚ ਆ ਜਾਓ, ਸਹੀ ਤਰੀਕੇ ਨਾਲ ਆਪਦੇ ਕੰਮ ਕਰੋ, ਨਾ ਲੋਕਾਂ ਦੇ ਖੱਜਲ ਖੁਆਰੀ ਕਰੋ, ਉਹਨਾਂ ਨੂੰ ਨਾ ਜਲੀਲ ਕਰੋ, ਉਹਨਾਂ ਦੀ ਇੱਜ਼ਤ ਕਰੋ, ਰਿਸਪੈਕਟ ਕਰੋ। ਸਰਕਾਰ ਲੋਕਾਂ ਨਾਲ ਚੱਲਦੀ ਆ, ਲੋਕਾਂ ਨੇ ਬਣਾਈ ਹੋਈ ਆ। ਇਸ ਕਰਕੇ ਅਸੀਂ ਸਿਸਟਮ ਦੇ ਵਿੱਚ ਰਹਿਣਾ ਪਸੰਦ ਕਰਦੇ ਹਾਂ, ਨਿਯਮ ਨੂੰ ਅਸੀਂ ਤੋੜਦੇ ਨਹੀਂ। ਸਾਡੀ ਇਹੋ ਬੇਨਤੀ ਆ, ਇਹ ਸਮੱਸਿਆ ਨੂੰ ਸਮਾਧਾਨ ਕੀਤਾ ਜਾਵੇ ਜਲਦੀ ਤੇ ਸਮੱਸਿਆ ਨੂੰ ਸਮਾਧਾਨ ਕੀਤਾ ਜਾਵੇ। ਜਿਸ ਤਰ੍ਹਾਂ ਕਿ ਸਰਕਾਰ ਨੇ ਅੱਜ ਸਰਕਾਰ ਦੇ ਵਿਰੋਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਸਰਕਾਰ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਪਰ ਸਭ ਤੋਂ ਵੱਡੀ ਗੱਲ ਕੀਤੀ ਜਾਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਐਡੇ ਵੱਡੇ ਬਦਲਾਅ ਦੇ ਨਾਲ ਪੰਜਾਬ ਦੇ ਵਿੱਚ ਆਈ ਸੀ। ਉਸ ਦਾ ਕਾਰਨ ਇਹ ਸੀ ਕਿ ਲੋਕ ਜਨਤਾ ਜਿਹੜੀ ਹੈ ਅਫਸਰਸ਼ਾਹੀ ਤੋਂ, ਜਿਹੜੀ ਗਲਤ ਨੀਤੀਆਂ ਤੋਂ ਤਰਸਤ ਸਨ, ਜੋ ਕਿ ਦੁਖੀ ਸਨ, ਉਹਨਾਂ ਨੇ ਇਸ ਦੇ ਬਦਲਾਅ ਦੇ ਲਈ ਨਵੀਂ ਸਰਕਾਰ ਨੂੰ ਲਿਆਂਦਾ। ਪਰ ਨਵੀਂ ਸਰਕਾਰ ਆਉਣ ਦੇ ਬਾਅਦ ਉਹ ਬਦਲਾਅ ਹੋਣ ਦੀ ਜਗ੍ਹਾ ਉਲਟਾ ਬਦਲਾਅ ਹੋ ਜਾਂਦਾ ਹੈ ਤੇ ਲੋਕਾਂ ਤੇ ਬੋਝ ਦੁੱਗਣਾ ਤਿਗਣਾ ਪੈ ਜਾਂਦਾ ਹੈ। ਤੇ ਬੋਝ ਜੇ ਆਮ ਜਨਤਾ ਤੇ ਪਏਗਾ ਤੇ ਰੋਸ਼ ਜ਼ਰੂਰ ਹੋਏਗਾ। ਆਸੇ ਉਹ ਆਮ ਜਨਤਾ ਦੇ ਰੋਸ਼ ਦੇ ਕਾਰਨ ਹੀ ਅੱਜ ਇੱਥੇ ਤਹਿਸੀਲਦਾਰ, ਵਸੀਕਾ ਨਿਵੇਸ਼ ਸਾਰੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਸਰਕਾਰ ਦੀ ਨੀਤੀਆਂ ਦੇ ਖਿਲਾਫ। ਤੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਆਮ ਜਨਤਾ ਨੇ, ਜਿਸ ਨੇ ਬਦਲਾਅ ਦੀ ਉਮੀਦ 'ਚ ਏਡੀ ਵੱਡੇ ਬਦਲਾਅ ਕੀਤਾ, ਇੱਕ ਮਿਸਾਲ ਕਾਇਮ ਕੀਤੀ ਪੰਜਾਬ ਦੇ ਵਿੱਚ, ਇੱਕ ਆਮ ਆਦਮੀ ਪਾਰਟੀ ਦੀ ਲਹਿਰ ਲਿਆ ਕੇ, ਉਹਨੂੰ ਵੀ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਦੀ ਜ਼ਰੂਰ ਸੋਚਣੀ ਚਾਹੀਦੀ ਹੈ ਤਾਂ ਕਿ ਆਮ ਆਦਮੀ ਦੇ ਵਿੱਚ ਬੋਝ ਨਾ ਪਵੇ, ਆਮ ਆਦਮੀ ਤੇ ਦਰਦ ਨਾ ਹੋਵੇ। ਲਾਈਵ ਭਾਰਤ ਇਸ ਤਰ੍ਹਾਂ ਦੀ ਖਬਰ ਨਾਲ ਫਿਰ ਤੁਹਾਡੇ ਰੂਬਰੂ ਹੋਏਗਾ। ਬਨੇ ਰਹੋ ਲਾਈਵ ਭਾਰਤ ਨਾਲ। ਕੈਮਰਾ ਸ਼ਿਵਰਾ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ।